ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਜੀ ਆਇਆਂ। ਧੰਨਵਾਦ ਰੰਧਾਵਾ ਜੀ। ਮਨਪ੍ਰੀਤ ਜੀ, ਅੱਜ ਕੋਈ ਭੂਮਿਕਾ ਨਹੀਂ, ਗੱਲ ਸਿੱਧੋ ਸਿੱਧੀ ਹੋਊਗੀ ਤੇ ਗੱਲ ਪੰਜਾਬ ਦੀ ਰਾਜਨੀਤੀ ਦੀ ਵੀ ਸਿੱਧੋ ਸਿੱਧੀ ਹੋਗੀ। ਬਿਕਰਮ ਸਿੰਘ ਮਜੀਠੀਆ ਅਦਾਲਤ ਪਹੁੰਚ ਗਿਆ, ਜਿੱਥੇ ਅੱਜ ਸੁਣਵਾਈ ਲਈ ਲੱਗਿਆ ਹੋਇਆ ਕੇਸ ਪੁਰਾਣਾ ਭੋਲਾ ਡਰੱਗ ਕੇਸ ਤੇ ਹੋਰ ਨਸ਼ਿਆਂ ਨਾਲ ਸੰਬੰਧਿਤ ਮਾਮਲੇ ਸੰਬੰਧੀ ਬੰਦ ਰਿਪੋਰਟਾਂ ਪਈਆਂ ਤੇ ਇਹਦੇ ਨਾਲ ਜੁੜੇ ਚਾਰ ਕੁ ਸਵਾਲ ਹੈ। ਮੈਂ ਪਹਿਲਾਂ ਸਿੱਧੇ ਉਹਨਾਂ ਤੇ ਆ ਜਾਵਾਂ। ਪਹਿਲੀ ਗੱਲ ਕਿ ਬੜੀ ਚਲਾਕੀ ਨਾਲ ਰਾਜਨੀਤੀ ਇਹਦੇ ਵਿੱਚ ਵੀ ਹੋਈ ਹੈ, ਕਿਉਂਕਿ ਅਸੀਂ ਅਦਾਲਤ ਦੇ ਅੰਦਰ ਜਾਂ ਉੱਥੇ ਹੁੰਦੀਆਂ ਕਾਰਵਾਈਆਂ ਤੇ ਕੋਈ ਟਿੱਪਣੀ ਕਰਨ ਦੇ ਸਮਰੱਥ ਨਹੀਂ, ਨਾ ਸਾਨੂੰ ਕਰਨੀ ਚਾਹੀਦੀ ਹੈ, ਪਰ ਅਦਾਲਤ ਦੇ ਬਾਹਰ ਉਰਲੇ ਬੰਨੇ ਕੀ ਹੋ ਰਿਹਾ ਉਹਦੇ ਤੇ ਆਪਣਾ ਗੱਲ ਕਰਨਾ ਫਰਜ਼ ਹੈ। ਜਿਹੜੀ ਪਟੀਸ਼ਨ ਦਾਇਰ ਹੋਈ ਆ ਬਿਕਰਮ ਸਿੰਘ ਮਜੀਠੀਆ ਵੱਲੋਂ, ਉਹਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਸੇ ਰੱਖਿਆ ਗਿਆ, ਧਿਰ ਨਹੀਂ ਬਣਾਇਆ ਗਿਆ। ਹਾਲਾਂਕਿ ਵਿਧਾਨ ਸਭਾ ਦੇ ਲੰਘੇ ਸੈਸ਼ਨ 'ਚ ਨਾਂ ਲੈ ਕੇ ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਏ ਨੂੰ ਨਿਸ਼ਾਨੇ ਤੇ ਲਿਆ ਸੀ। ਦੂਜੀ ਗੱਲ, ਇਹਨੂੰ ਸਿਆਸਤ ਦਾ ਇੱਕ ਪਹਿਲੂ ਦੇਖੀਏ। ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਔਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਟੀਸ਼ਨਰ ਨੇ ਧਿਰ ਬਣਾਇਆ ਨਾਲ। ਦੂਜੀ ਗੱਲ, ਉਹਨਾਂ ਨੂੰ ਸਿਆਸੀ ਸ਼ਰੀਕ ਕਿਹਾ, ਸਿਆਸੀ ਸ਼ਰੀਕ। ਹੁਣ ਇਹ ਦੇਖਣ ਵਾਲੀ ਗੱਲ ਆ ਕਿ ਕੀ ਨਵਜੋਤ ਸਿੰਘ ਸਿੱਧੂ ਮਾਝੇ ਦੇ ਲੀਡਰ ਵਜੋਂ ਤਸਲੀਮ ਕੀਤੇ ਗਏ ਆ, ਸੁਖਜਿੰਦਰ ਸਿੰਘ ਰੰਧਾਵਾ ਮਾਝੇ ਦੇ ਲੀਡਰ ਵਜੋਂ ਤਸਲੀਮ ਕਰਕੇ ਬਿਕਰਮ ਸਿੰਘ ਮਜੀਠੀਆ ਇਹਨਾਂ ਨੂੰ ਸਿਆਸੀ ਸ਼ਰੀਕ ਕਹਿ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਸਟੇਟ ਦੇ ਲੀਡਰ ਆ, ਜਾਂ ਬਿਕਰਮ ਸਿੰਘ ਮਜੀਠੀਆ ਆਉਂਦੇ ਦਿਨਾਂ 'ਚ ਲੜਾਈ ਸਿੱਧੀ ਵੇਖ ਰਿਹਾ ਕਿ ਅਕਾਲੀ ਦਲ 'ਚ ਬਿਕਰਮ ਸਿੰਘ ਮਜੀਠੀਆ ਬਨਾਮ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋਂ ਆਮਣੇ ਸਾਹਮਣੇ ਹੋਣਗੇ। ਤੀਜੀ ਇਹਦੇ 'ਚ ਇੱਕ ਹੋਰ ਬੜੀ ਅਹਿਮ ਗੱਲ ਆ ਕਿ ਜਿਹੜੇ ਵਕੀਲ ਸਦਾ ਬਿਕਰਮ ਸਿੰਘ ਮਜੀਠੀਆ ਵੱਲੋਂ ਪੇਸ਼ ਹੋਣਗੇ ਜਾਂ ਜਿਨ੍ਹਾਂ ਨੇ ਇਹ ਪਟੀਸ਼ਨਰ ਜਾਂ ਧਿਰ ਬਣਨ ਦੀ ਅਰਜ਼ੀ ਲਾਈ ਹੈ, ਉਹਨਾਂ ਦਾ ਟਰੈਕ ਰਿਕਾਰਡ ਬੜਾ ਜ਼ਬਰਦਸਤ ਹੈ। ਜੇ ਮੈਂ ਗਲਤ ਨਾ ਹੋਵਾਂ ਤੇ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦੇ ਕੇਸ ਨੂੰ ਵੀ ਸ਼ਾਇਦ RS ਚੀਮਾ ਵੱਲੋਂ ਸ਼ਾਇਦ ਲੜਿਆ ਗਿਆ ਸੀ, ਔਰ ਜਿਹੜੇ 84 ਦੇ ਕਤਲੇਆਮ ਨਾਲ ਸੰਬੰਧਿਤ ਮੁਕੱਦਮੇ ਸੀ, ਬਹੁਤ ਸਾਰੀਆਂ ਕਾਮਯਾਬੀਆਂ ਚੀਮਾ ਦੀ ਜੇਬ 'ਚ ਨੇ ਔਰ ਐਡਵੋਕੇਟ ਚੀਮਾ ਮੰਨੇ ਜਾਂਦੇ। ਦਾ ਮਤਲਬ ਯੁੱਧ ਹੋਊਗਾ ਤੇ ਇਲੈਕਸ਼ਨ ਦੀ ਜਿਹੜੀ 22 ਦੀ ਜਿਹੜੀ ਇਬਾਰਤ ਆ ਉਹ ਇੱਥੋਂ ਲਿਖੀ ਜਾਊਗੀ ਕਿ ਹੁਣ ਇਹ ਤੈਅ ਹੋ ਜੂ ਲੜਾਈ ਕਿੱਥੇ ਕਿੱਥੇ ਹੋਣੀ ਹੈ। ਦੂਜੇ ਬੰਨੇ ਬਾਦਲਾਂ ਦੀਆਂ ਬੱਸਾਂ ਤੇ ਸਿੱਧਾ ਹਮਲਾ ਕਰਕੇ ਰਾਜਾ ਵੜਿੰਗ ਨੇ ਇਹਨੂੰ ਮਾਲਵੇ ਦੀ ਲੜਾਈ ਬਣਾਤਾ, ਇਹਨੂੰ ਬਠਿੰਡਾ ਜ਼ੋਨ ਦੀ ਬਣਾਤਾ, ਜਾਂ ਸੱਚਮੁੱਚ ਇਹ ਘੇਰੇ 'ਚ ਲੈਣ ਦੀ ਕਵਾਇਦ ਆ। ਅਗਲਾ ਸਵਾਲ ਜਿਹੜਾ ਉਹ ਵੀ ਬੜਾ ਅਹਿਮ ਆ ਕਿ ਪ੍ਰਗਟ ਸਿੰਘ ਨੇ ਸੰਵਿਧਾਨਕ ਪ੍ਰਕਿਰਿਆ ਪੂਰੀ ਕਰਦਿਆਂ ਬਹੁਤ ਸਾਰੇ ਐਸੇ ਕਾਨੂੰਨ ਤੇ ਕਾਰਵਾਈਆਂ ਕੀਤੀਆਂ ਜਿੱਥੇ ਅਸੀਂ ਉਹਨੂੰ ਨਿੱਠ ਕੇ ਕੰਮ ਕਰਨ ਵਾਲੇ ਵਜੋਂ ਜਾਣ ਸਕਦੇ ਆ। ਪ੍ਰਗਟ ਸਿੰਘ ਕੀ ਕਦੇ ਆਮ ਆਦਮੀ ਪਾਰਟੀ ਨੂੰ ਨਹੀਂ ਦੱਸੇ? ਇਹੋ ਜਿਹੇ ਵਿਅਕਤੀ ਜਿਹੜੇ ਹਰ ਮਾਮਲੇ 'ਚ ਸੰਵਿਧਾਨਕ ਤੌਰ ਤੇ ਔਰ 24 ਘੰਟਿਆਂ 'ਚੋਂ 20 ਘੰਟੇ ਕੰਮ ਕਰ ਰਿਹਾ, ਉਹ ਪੰਜਾਬ ਦੇ ਚਿਹਰੇ ਨਹੀਂ ਸੀ ਬਣ ਸਕਦੇ ਕਦੇ। ਇਹ ਗੱਲ ਚੱਲਦੀ ਰਹੀ ਅੰਦਰ। ਹੋਰ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਡੇਰੇ ਨਾਲ ਸੰਬੰਧਿਤ ਕੁਝ ਖਬਰਾਂ ਨੇ, ਜਿਨ੍ਹਾਂ ਦੇ ਵਿੱਚ ਅਸੀਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਲਵਾਂਗੇ, ਜਿੱਥੇ ਕੁਝ ਭਾਜਪਾ ਨੇ ਵੀ ਜ਼ਿਕਰ ਕੀਤਾ ਹੈ ਕਿ ਜੇ ਪਰਾਲੀ ਦਾ ਧੂਆਂ ਹੁੰਦਾ ਤੇ ਪੰਜਾਬ ਤੇ ਹਰਿਆਣੇ ਦੇ ਵਿੱਚ ਪੋਲਿਊਸ਼ਨ ਦੀ ਦਰ ਘੱਟ ਕਿਉਂ। ਪਹਿਲੀ ਵਾਰੀ ਸ਼ਾਇਦ ਇਹ ਇਲੈਕਸ਼ਨ ਉਹ ਲੜਨ ਦਾ ਇੱਥੇ ਮੂਡ ਪ੍ਰੋਪਰ ਬਣਾ ਰਹੇ ਆ। ਦੋ ਤਿੰਨ ਹੋਰ ਖਬਰਾਂ ਨੇ, ਲੇਕਿਨ ਮੈਂ ਪਹਿਲਾਂ ਪ੍ਰੋਮਿਸ ਕੀਤਾ ਸੀ, ਫਿਰ ਮੈਂ ਕਿੰਨੇ ਮਿੰਟ ਲੈ ਗਿਆ, ਮਾਫੀ ਚਾਹੁੰਦਾ। ਮੈਂ ਸਿੱਧਾ ਆਉਣਾ, ਬਿਕਰਮ ਸਿੰਘ ਮਜੀਠੀਏ ਵੱਲੋਂ ਧਿਰ ਬਣਨ ਲਈ ਪਾਈ ਗਈ ਅਰਜ਼ੀ ਦੀ ਇਬਾਰਤ ਮੈਨੂੰ ਸਮਝਾਇਓ, ਉਹਦੇ 'ਚ ਕੀ ਕੀ ਅਰਥ ਨੇ? ਜੀ ਰੰਧਾਵਾ ਜੀ, ਬੜਾ ਅਹਿਮ ਦਿਨ ਅੱਜ ਹੋਣ ਜਾ ਰਿਹਾ ਹੈ ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਆਪਣੀ ਭੂਮਿਕਾ ਦੇ ਵਿੱਚ ਸਾਰਾ ਕੁਝ ਸਾਫ਼ ਕਰ ਦਿੱਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਜਿਹੜਾ ਮੁਕੱਦਮਾ ਲੱਗਿਆ ਡਰੱਗਸ ਦਾ 18 ਨਵੰਬਰ ਨੂੰ, ਵਾਕਿਆ ਲੱਗਦਾ ਕਿ ਇਹ ਬੜਾ ਅਹਿਮ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖੋ, ਨਵਜੋਤ ਸਿੰਘ ਸਿੱਧੂ ਕੱਲ ਵੀ ਲਗਾਤਾਰ ਟਵੀਟ ਕਰ ਰਹੇ ਨੇ ਕਿ ਉਹਨਾਂ ਨੂੰ ਉਮੀਦ ਹੈ ਕਿ ਜਿਹੜੀ STF ਦੀ ਰਿਪੋਰਟ ਆ, ਸਪੈਸ਼ਲ ਟਾਸਕ ਫੋਰਸ ਦੀ, ਜਿਹਨੂੰ ਹਰਪ੍ਰੀਤ ਸਿੰਘ ਸਿੱਧੂ ਜਿਹੜੇ ADGP ਨੇ ਉਹ ਹੈਡ ਕਰ ਰਹੇ ਸੀ, ਉਹਦੀ ਖੁੱਲਣ ਦੀ ਕਹਿੰਦੇ ਉਮੀਦ ਕੀਤੀ ਜਾਂਦੀ ਹੈ ਤੇ ਅੱਜ ਖੁੱਲੇਗੀ। ਤੇ ਇਹੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਤੇ ਨਾਲ ਦੀ ਨਾਲ ਹੀ ਆਪਾਂ ਨੂੰ ਇਹ ਪਤਾ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਵੀ ਹੁਣ ਅਦਾਲਤ ਚਲੇ ਗਏ ਆ। 124 ਪੰਨਿਆਂ ਦੀ ਉਹਨਾਂ ਨੇ ਇਹ ਪਟੀਸ਼ਨ ਲਾਈ ਹੈ ਰੰਧਾਵਾ ਜੀ, ਤੁਹਾਨੂੰ ਪਤਾ ਹੀ ਹੈ। ਤੇ ਉਹ ਕਹਿੰਦੇ ਨੇ ਕਿ ਇਹ ਸਾਰਾ ਕੁਝ ਪੋਲੀਟੀਕਲ ਹੈ, ਬਾਰ-ਬਾਰ ਮੇਰਾ ਨਾਂ ਘੜੀਸਿਆ ਜਾ ਰਿਹਾ ਤੇ ਮੈਨੂੰ ਵੀ ਧਿਰ ਬਣਾਓ, ਯਾਨੀ ਕਿ ਮੈਨੂੰ ਵੀ ਸੁਣਿਆ ਜਾਵੇ। ਬੜਾ ਇੰਟਰਸਟਿੰਗ ਹੋ ਗਿਆ। ਔਰ ਤੁਸੀਂ ਸ਼ੁਰੂ ਦੇ ਵਿੱਚ ਹੀ ਇਹ ਬੜਾ ਗੱਲ ਅਹਿਮ ਕਰਤੀ ਆ ਕਿ ਜਾਂ ਤਾਂ ਇਹ ਨਵਜੋਤ ਸਿੰਘ ਸਿੱਧੂ ਜਾਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਮਾਝੇ ਦੇ ਵਿੱਚ
ਹੀ ਰੱਖ ਕੇ ਉਹਨਾਂ ਨੂੰ ਮਾਝੇ ਦੇ ਲੀਡਰ ਵੱਲੋਂ ਜਾਣਿਆ ਜਾਵੇ, ਜਾਂ ਉਹਨਾਂ ਤੇ ਹਮਲਾ ਮਾਝੇ ਦੇ ਲੀਡਰਸ ਵੱਲੋਂ ਕੀਤਾ ਜਾਵੇ, ਤੇ ਜਾਂ ਫਿਰ ਆਪਣਾ ਕੱਦ ਵਧਾ ਕੇ ਪੂਰੇ ਸੂਬੇ ਦਾ ਲੀਡਰ ਮੰਨਿਆ ਜਾਵੇ। ਇਹ ਲੜਾਈ ਇੱਥੋਂ ਸ਼ੁਰੂ ਹੋ ਜਾਣੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਆ। ਹੁਣ ਬਿਕਰਮ ਸਿੰਘ ਮਜੀਠੀਆ ਵੀ ਖੁੱਲ ਕੇ ਬਾਹਰ ਆ ਗਏ ਨੇ। ਉਹਨਾਂ ਨੂੰ ਪਤਾ ਲੱਗਿਆ ਕਿ ਐਵੇਂ ਦੂਸ਼ਣਬਾਜ਼ੀ, ਔਰ ਜਿਹੜੀ ਤੁਸੀਂ ਗੱਲ ਕੀਤੀ ਵਿਧਾਨ ਸਭਾ ਦੀ, ਦੇਖੋ ਉਦਣ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਸਿੱਧਾ ਨਾਮ ਲੈ ਕੇ ਬਿਕਰਮ ਸਿੰਘ ਮਜੀਠੀਆ ਬਹੁਤ ਨੇੜੇ ਆ ਗਏ ਸੀ। ਮਾਰਸ਼ਲਸ ਵੀ ਉਸ ਤੋਂ ਬਾਅਦ ਆਏ ਆ, ਔਰ ਇੱਕ ਦੂਸਰੇ ਤੇ ਜੋ ਸਾਨੂੰ ਤਸਵੀਰਾਂ ਨਜ਼ਰ ਆਈਆਂ, ਜੋ ਸਾਨੂੰ ਵੀਡੀਓਜ਼ ਦੇਖੇ, ਇੱਕ ਦੂਸਰੇ ਤੇ ਉਂਗਲਾਂ ਕਰ ਕਰਕੇ ਇੱਕ ਦੂਸਰੇ ਤੁਹਮਤਾਂ, ਇੱਕ ਦੂਸਰੇ ਤੇ ਦੋਸ਼ ਲਾਏ ਜਾ ਰਹੇ ਸੀ, ਔਰ ਸਿੱਧਾ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨੇ ਤੇ ਰੱਖਿਆ ਸੀ। ਦੇਖੋ ਤੁਹਾਡੀ ਗੱਲ ਦੇ ਇਹਦੇ ਵਿੱਚ ਬਹੁਤ ਵਜ਼ਨ ਹੈ ਕਿ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਬਾਹਰ ਰੱਖਤਾ, ਪਾਸੇ ਕਰਤਾ, ਤੇ ਉਹਨਾਂ ਨੇ ਕਿਹਾ ਕਿ ਠੀਕ ਹੈ, ਆਓ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਨਵਜੋਤ ਸਿੰਘ ਸਿੱਧੂ। ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਨੇ, ਇਹਨਾਂ ਕੋਲੇ ਸਾਰਾ ਪੁਲਿਸ ਦਾ ਵਿਭਾਗ ਆ, ਤੇ ਪੁਲਿਸ ਵਾਲਾ ਵਿਭਾਗ ਜਿਹੜਾ ਉਹ ਹਮੇਸ਼ਾ ਹੀ ਤੁਹਾਨੂੰ ਪਤਾ ਕਿੰਨਾ ਤਾਕਤਵਰ ਹੁੰਦਾ। ਕਈ ਤਰ੍ਹਾਂ ਦੀਆਂ ਉਹਦੇ ਨਾਲ ਰਾਜਨੀਤਿਕ ਜਿਹੜੇ ਆਪਸ ਦੇ ਵਿੱਚ ਵੈਂਡੇਟਾਸ ਹੁੰਦੇ ਨੇ, ਬਦਲੇ ਹੁੰਦੇ ਨੇ, ਉਹ ਵੀ ਨਾਪੇ ਜਾਂਦੇ ਨੇ, ਉਹ ਵੀ ਨਜਿੱਠੇ ਜਾਂਦੇ ਨੇ। ਇਹ ਵੀ ਆਪਾਂ ਨੂੰ ਪਤਾ, ਇਹ ਜ਼ਰੂਰੀ ਨਹੀਂ ਹੈ। ਔਰ ਹਮੇਸ਼ਾ ਹੀ ਮੁੱਖ ਮੰਤਰੀ ਦੀ ਦੇਖ ਰੇਖ ਦੇ ਵਿੱਚ ਇਹ ਮਹਿਕਮਾ ਰਹਿੰਦਾ। ਕਦੇ ਵੀ ਕਿਸੇ ਮੁੱਖ ਮੰਤਰੀ ਨੇ, ਹਾਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਉਸ ਤੋਂ ਪਹਿਲਾਂ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸੀ, ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਉਹਨਾਂ ਨੇ ਇਹਨਾਂ ਤੇ ਹਮਲਾ ਬੋਲਿਆ, ਔਰ ਜਾਣ ਕੇ ਉਹਨਾਂ ਨੇ ਕਿਹਾ ਕਿ ਫਰੰਟ ਫੁੱਟ ਤੇ, ਜਿਵੇਂ ਆਪਾਂ ਕ੍ਰਿਕਟ ਦੀ ਜੇ ਸ਼ਬਦਾਵਲੀ ਚ ਕਹਿ ਦਈਏ, ਖੇਲਣ ਦੀ ਹੁਣ ਉਹਨਾਂ ਨੇ ਯੋਜਨਾ ਬਣਾਈ ਹੈ ਕਿ ਪਿੱਛੇ ਰਹਿ ਕੇ ਗੱਲ ਨਹੀਂ ਬਣਨੀ, ਲੁੱਕ ਕੇ ਗੱਲ ਨਹੀਂ ਬਣਨੀ, ਅੱਗੇ ਆ ਕੇ ਹਮਲਾ ਕਰਨਾ ਪੈਣਾ। ਔਰ ਇਹਦੇ ਨਾਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਇੱਕ ਰਣਨੀਤੀ ਪਿਛਲੀ ਦੌਰ 'ਚ ਚੱਲਦੀ ਰਹੀ ਕਿ ਲੜਾਈ ਸਿੱਧੂ ਬਾਦਲਾਂ ਮਜੀਠੀਏ 'ਚ, ਲੜਾਈ ਮਜੀਠੀਏ ਤੇ ਸੁਖਜਿੰਦਰ ਰੰਧਾਵੇ 'ਚ, ਲੇਕਿਨ ਕੈਪਟਨ ਅਮਰਿੰਦਰ ਸਿੰਘ ਐਨ ਚੁੱਪ ਰਹੇ। ਕੈਪਟਨ ਅਮਰਿੰਦਰ ਸਿੰਘ ਤੇ ਕਦੇ ਵੀ ਫਸਵਾਂ ਹੱਲਾ ਅਕਾਲੀ ਦਲ ਨੇ ਜਾਂ ਬਿਕਰਮ ਮਜੀਠੀਆ ਨੇ ਨਹੀਂ ਬੋਲਿਆ। ਤੇ ਇਹੀ ਗੱਲ ਕਿ ਉਸੇ ਤਰ੍ਹਾਂ ਦੀ ਪੈਂਤੜੇਬਾਜ਼ੀ ਕਿ ਜਿਹੜੀ ਸਭ ਤੋਂ ਪਾਵਰਫੁਲ ਧਿਰਾ, ਜਿਹੜੀ ਸਭ ਤੋਂ ਪਾਵਰਫੁਲ ਕੁਰਸੀ ਆ, ਉਹਨੂੰ ਨਿਸ਼ਾਨੇ ਤੇ ਨਾ ਲਓ, ਉਹਨੂੰ ਪਾਸੇ ਰੱਖ ਲਓ। ਇੱਕ ਨੈਗੋਸੀਏਸ਼ਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਸਿਆਸਤ ਦੇ ਵਿੱਚ, ਸਿਆਸੀ ਤੌਰ ਤੇ। ਮੈਂ ਹੋਰ ਨੈਗੋਸੀਏਸ਼ਨ ਦੀ ਗੱਲ ਨਹੀਂ ਕਰਦਾ, ਸਿਆਸੀ ਤੌਰ ਤੇ ਕਿਧਰੇ ਕਿਧਰੇ ਸਕੋਰ ਉਸ ਤਰੀਕੇ ਨਾਲ ਵੀ ਬਰਾਬਰ ਜੇ ਵੇਖ ਲਏ ਜਾਂਦੇ ਆ। ਸੋ ਇਸ ਵੇਲੇ ਮੁੱਖ ਮੰਤਰੀ ਨੂੰ ਫਿਰ ਪਾਸੇ ਰੱਖ ਲਿਆ ਗਿਆ ਕਿ ਵੱਡੇ ਫੈਸਲਿਆਂ ਵੇਲੇ ਇੱਕ ਸੌਫਟ ਕਾਰਨਰ ਜੀ ਵੀ ਬਣੀ ਰਵੇ। ਇਹਦੀ ਟਿੱਪਣੀ ਬਿਲਕੁਲ ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ, ਜਾਂ ਜਦੋਂ ਪ੍ਰਧਾਨ ਵੀ ਸੀ ਕਾਂਗਰਸ ਪਾਰਟੀ ਤੇ, ਉਦੋਂ ਵੀ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਦਲ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਚੱਲਦੇ ਆ। ਤੇ ਮੈਂ ਫੇਰ ਆਪਣੇ ਸਾਰੇ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਸੀਬੀਆਈ ਦੀ ਇਨਕੁਆਇਰੀ ਮੰਗੀ ਜਾ ਰਹੀ ਸੀ, ਤੇ ਕੈਪਟਨ ਅਮਰਿੰਦਰ ਸਿੰਘ ਹੀ ਅੱਗੇ ਆ ਕੇ ਕਹਿੰਦੇ ਆ ਕਿ ਨਹੀਂ, ਸੀਬੀਆਈ ਦੀ ਇਨਕੁਆਇਰੀ ਦੀ ਵਿੱਚ ਕੋਈ ਲੋੜ ਨਹੀਂ ਹੈ। ਔਰ ਇੱਕ ਤਰ੍ਹਾਂ ਏਦਾਂ ਲੱਗਦਾ ਸੀ ਜਿਵੇਂ ਸ਼ਾਇਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਨੇਤਾ ਸੀ, ਚਾਹੇ ਬਿਕਰਮ ਸਿੰਘ ਮਜੀਠੀਆ ਜਾਂ ਹੋਰਾਂ ਤੇ ਇਲਜ਼ਾਮ ਲੱਗ ਰਹੇ ਸੀ, ਉਹਨਾਂ ਨੂੰ ਬਚਾਉਣਾ ਚਾਹੁੰਦੇ ਸੀ। ਤੇ ਫਿਰ ਜਦੋਂ ਆਪ ਮੁੱਖ ਮੰਤਰੀ ਬਣਦੇ ਆ ਤੇ ਜਿਹੜੇ ਪੰਜਾਬ ਪੁਲਿਸ ਦੀ ਉਹ ਗੱਲ ਕਰਦੇ, ਤੇ ਜੇ ਉਹਨਾਂ ਨੂੰ ਇਨਕੁਆਇਰੀ ਦਿੰਦੇ ਆ, ਤੇ ਫਿਰ ਉਹਨਾਂ ਤੋਂ ਇਨਕੁਆਇਰੀ ਹੁੰਦੀ ਵੀ ਨਹੀਂ। ਹੁਣ ਤੁਸੀਂ ਆਪ ਦੱਸੋ, ਇਹ ਕੱਲ ਗੱਲ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਵੀ ਕਹੀ ਆ, ਸੰਨ 2018 ਫਰਵਰੀ ਦੇ ਮਹੀਨੇ ਦੀ ਇਹ ਜਿਹੜੀ ਐਸਟੀਐਫ ਦੀ ਰਿਪੋਰਟ ਆ, ਇਹ ਜਮ੍ਹਾਂ ਕਰਾਈ ਜਾ ਚੁੱਕੀ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਵਾਪਸ ਸਰਕਾਰ ਨੂੰ ਦੇ ਦਿੱਤੀ ਆ, ਸਰਕਾਰ ਕੋਲੇ ਇਹ ਰਿਪੋਰਟ ਪਈ ਆ। ਇਸ ਤੋਂ ਬਾਅਦ ਤੁਹਾਨੂੰ ਇਹ ਵੀ ਯਾਦ ਹੋਣਾ, ਹੋਮ ਸੈਕਟਰੀ ਸਾਡੇ ਨੇ ਉਹ ਵੀ ਜਿਹੜੇ ਹੋਮ ਸੈਕਟਰੀ ਸਾਡੇ, ਜਿਹੜੇ ਹੋਮ ਸੈਕਟਰੀ ਸਾਡੇ ਨੇ ਅਨੁਰਾਗ ਅਗਰਵਾਲ, ਉਹਨਾਂ ਨੇ ਵੀ ਇੱਕ ਵਾਰੀ ਇਹ ਗੱਲ ਕਹੀ ਸੀ ਔਰ ਚਿੱਠੀ ਲਿਖੀ ਸੀ ਜਿਹੜੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਆ, ਕਿ ਤੁਹਾਨੂੰ ਇਹ ਦੱਸੋ ਕਿ ਹਜੇ ਤੱਕ ਜਿਹੜੀ ਤਹਿਕੀਕਾਤ ਆ, ਜਾਂਚ ਆ, ਇਹਦੇ ਚ ਅੱਗੇ ਕਿਉਂ ਨਹੀਂ ਵਧੀ। ਤੁਹਾਨੂੰ ਕਿਸੇ ਨੇ ਕਦੇ ਕੋਈ ਰੋਕਿਆ ਨਹੀਂ, ਨਾ ਕੋਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੁਕਮ ਆ ਤੇ ਨਾ ਹੀ ਕੋਈ ਸਰਕਾਰ ਦਾ ਹੁਕਮ ਆ। ਉਹਦਾ ਜਵਾਬ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੈਂ ਹੋਮ ਡਿਪਾਰਟਮੈਂਟ ਨੂੰ, ਹਜੇ ਤੱਕ ਸਾਨੂੰ ਨਹੀਂ ਪਤਾ ਕਿ ਉਹ ਕੀ ਜਵਾਬ ਆ, ਹੋ ਸਕਦਾ ਉਹਨਾਂ ਨੇ ਜਵਾਬ ਹਾਈ ਕੋਰਟ ਦੇ ਵਿੱਚ ਦਿੱਤਾ ਹੋਵੇ। ਸੋ ਕਈ ਗੱਲਾਂ ਲੋਕਾਂ ਦੇ ਸਾਹਮਣੇ ਜਨਤਕ ਹੋਣੀਆਂ ਜ਼ਰੂਰੀ ਹੈ, ਜਿਹਨੂੰ ਚਾਹੀਦਾ ਸਾਨੂੰ ਕਿ ਇਹ ਚੀਜ਼ਾਂ ਸਾਹਮਣੇ ਆਉਣ। ਸਾਰੇ ਨੇ ਗੱਲ ਕਹੀ ਹੈ 2018 ਤੇ ਸੰਨ 2021 ਆ ਗਿਆ, ਜੇ ਸਰਕਾਰ ਆਪਣੀ ਹੀ ਰਿਪੋਰਟ। ਔਰ ਇੱਕ ਗੱਲ ਮੈਂ ਇਹ ਚ ਹੋਰ ਐਡ ਕਰਦਾ, ਚਰਨਜੀਤ ਸਿੰਘ ਚੰਨੀ ਹੋਣਾ ਤੋਂ ਜਦੋਂ ਇਹ ਪੁੱਛਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿ ਤੁਸੀਂ ਇਹ ਰਿਪੋਰਟ ਹਜੇ ਤੱਕ ਜਨਤਕ ਕਿਉਂ ਨਹੀਂ ਕੀਤੀ, ਉਹ ਕਹਿੰਦੇ ਹਾਈ ਕੋਰਟ ਨੇ ਸਰਕਾਰ ਨੂੰ ਦਿੱਤੀ ਹੈ ਤੇ ਅਸੀਂ ਹਾਈ ਕੋਰਟ ਦਾ ਕੋਈ ਡਾਕੂਮੈਂਟ ਖੋਲ ਨਹੀਂ ਸਕਦੇ। ਹਰ ਕੋਈ ਆਪਣੀ ਆਪਣੀ ਗੱਲ ਕਰ ਰਿਹਾ, ਆਪਣੀ ਆਪਣੀ ਤੂਤੀ ਵਜਾ ਰਿਹਾ। ਮੈਨੂੰ ਉਮੀਦ ਆ ਕਿ ਸ਼ਾਇਦ ਅੱਜ ਹਾਈ ਕੋਰਟ ਇਸ ਤੇ ਕੋਈ ਸੇਧ ਦੇਵੇ, ਇਸ ਦਾ ਦੁੱਧ ਪਾਣੀ ਕਰੇ, ਤੇ ਜਿਹੜੀ ਰਾਜਨੀਤੀ ਇੱਥੇ ਖੇਲੀ ਜਾ ਰਹੀ ਹੈ ਜਾਂ ਖੇਡੀ ਜਾ ਰਹੀ ਆ, ਇੱਕ ਦੂਸਰੇ ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਆ, ਉਸ ਤੋਂ ਗੁਰੇਜ਼ ਕਰਕੇ ਲੋਕਾਂ ਨੂੰ
ਕੋਈ ਇਨਸਾਫ ਮਿਲੇ, ਲੋਕਾਂ ਨੂੰ ਪਤਾ ਲੱਗੇ ਕਿ ਡਰੱਗਸ ਦਾ ਇਸ ਸੂਬੇ ਦੇ ਵਿੱਚ ਹੋ ਕੀ ਰਿਹਾ, ਕੌਣ ਦੋਸ਼ੀ ਨੇ, ਕਿੰਨਾ ਤੇ ਇਲਜ਼ਾਮ ਆ। ਚਾਹੇ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਚੱਕੀ ਹੋਵੇ ਜਾਂ ਵੈਸੇ ਤੁਸੀਂ ਟਵੀਟ ਕਰਕੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ। ਤੁਹਾਨੂੰ ਹੱਲ ਚਾਹੀਦਾ ਕੋਈ ਪੁਖਤਾ, ਤਾਂ ਕਿ ਪੰਜਾਬ ਦੇ ਜਿਹੜੇ ਲੋਕ ਆ ਇਹਨਾਂ ਚੀਜ਼ਾਂ ਤੋਂ ਬਚ ਸਕਣ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਹੋਰ ਦਿਲਚਸਪ ਇਹ ਵੀ ਹੈ ਕਿ ਜਿਹੜੇ ਐਡਵੋਕੇਟ ਇਸ ਕੇਸ 'ਚ ਬਿਕਰਮ ਸਿੰਘ ਮਜੀਠੀਆ ਵੱਲੋਂ ਪੇਸ਼ ਹੋਣਗੇ, ਉਹਨਾਂ ਦਾ ਟਰੈਕ ਰਿਕਾਰਡ ਬਤੌਰ ਵਕੀਲ ਸਫਲਤਾ ਪੱਖੋਂ ਕਾਫੀ ਅੱਛਾ ਹੈ। ਤੇ ਦੂਜੇ ਬੰਨੇ ਇਹ ਦੁਖਾਂਤ ਹੈ, ਇਹ ਤਰਾਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਐਡਵੋਕੇਟ ਜਨਰਲ ਜਾਂ ਉਹਨਾਂ ਦਾ ਵੱਡਾ ਵਕੀਲ ਨਾਮਵਰ ਚਿਹਰਾ ਕੋਈ ਸਾਹਮਣੇ ਨਹੀਂ। ਅੱਜ ਸਰਕਾਰ ਇਸ ਕੇਸ ਲਈ ਕਿਸ ਐਡਵੋਕੇਟ ਦੀਆਂ ਸਰਵਿਸਿਜ਼ ਲੈਂਦੀ ਆ? ਕਿਉਂਕਿ ਅਤੀਤ ਵਿੱਚ ਬਹੁਤ ਸਾਰੇ ਵਕੀਲ ਦਿੱਲੀ ਤੋਂ ਵੀ ਵੱਖ-ਵੱਖ ਮਾਮਲਿਆਂ 'ਚ ਸੱਦ ਲਏ ਜਾਂਦੇ ਸੀ। ਅੱਜ ਸਰਕਾਰ ਦੀ ਭਰੋਸੇਯੋਗਤਾ ਤੇ ਵੀ ਸਵਾਲ ਆ ਕਿ ਇੱਕ ਪਾਸੇ ਜਦੋਂ ਇੰਨੇ ਵੱਡੇ ਵਕੀਲ ਪੇਸ਼ ਹੋਣਗੇ ਤਾਂ ਸਰਕਾਰ ਵੱਲੋਂ ਢਿੱਲ ਮੱਠ ਦੀ ਨੀਤੀ ਅਪਣਾਈ ਜਾਂਦੀ ਆ ਜਾਂ ਬਹੁਤ ਸਟਰੋਂਗ ਤਰੀਕੇ ਨਾਲ ਆਪਣਾ ਪੱਖ ਰੱਖਿਆ ਜਾਂਦਾ। ਐਡਵੋਕੇਟ ਨਵਕਿਰਨ ਸਿੰਘ ਵੀ ਉੱਥੇ ਹੋਣਗੇ। ਤੁਹਾਡੀ ਪਹਿਲੀ ਗੱਲ ਦੇ ਵਿੱਚ ਬਹੁਤ ਵਜਨ ਆ ਕਿ ਬਿਕਰਮ ਸਿੰਘ ਮਜੀਠੀਆ ਨੇ ਫੈਸਲਾ ਕਰ ਲਿਆ ਕਿ ਹੁਣ ਸੁਰੱਖਿਆਤਮਕ ਡਿਫੈਂਸਿਵ ਗੇਮ ਖੇਡ ਕੇ ਕੋਈ ਫਾਇਦਾ ਨਹੀਂ। ਸ਼ਾਇਦ ਉਹਨਾਂ ਨੂੰ ਅਕਾਲੀ ਲੀਡਰਸ਼ਿਪ ਨੇ ਪਹਿਲਾਂ ਪਛਾਣ ਰਹਿਣ ਲਈ ਕਿਹਾ ਹੋਏਗਾ, ਕਿਉਂਕਿ ਉਹ ਕਾਫੀ ਦੇਰ ਤੋਂ ਇਸ ਤਰ੍ਹਾਂ ਨਜ਼ਰ ਨਹੀਂ ਸੀ ਆ ਰਹੇ। ਹੁਣ ਉਹ ਜਿਹੜੇ ਆਪਣਾ ਅਟੈਕਿੰਗ ਮੋਡ ਤੇ ਹੈ, ਹੁਣ ਉਹਨਾਂ ਨੇ ਹਮਲਾਵਰ ਸ਼ੈਲੀ ਅਪਣਾ ਲਈ ਆ। ਕੱਲ ਉਹਨਾਂ ਨੇ ਜਿਹੜੇ ਸੋਲਰ એનર્ਜੀ ਨਾਲ ਸੰਬੰਧਿਤ ਸਮਝੌਤਿਆਂ ਤੇ ਕਿੰਤੂ ਹੋ ਰਿਹਾ, 17 ਰੁਪਏ ਜਿਹੜੇ ਬਿਜਲੀ ਲੈਣ ਦੇ ਸਮਝੌਤੇ ਉਹਨਾਂ ਤੇ ਕਿੰਤੂ ਹੋ ਰਿਹਾ, ਉਹਦੇ 'ਚ ਵੀ ਪ੍ਰੈਸ ਕਾਨਫਰੰਸ ਕੀਤੀ ਆ। ਇਹ ਰਣਨੀਤੀ ਇਸੇ ਹੀ ਨਜ਼ਰੀਏ ਤੋਂ ਸਿੱਧਤ ਹੈ ਜਾਂ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਲੀਡਰਸ਼ਿਪ ਵੀ ਤੈਅ ਹੋਊਗੀ ਕਿ ਹੁਣ ਲੜਾਈਆਂ ਕਿਸ ਪੱਧਰ ਤੇ ਲੜੀਆਂ ਜਾਣੀਆਂ? ਜੀ ਰੰਧਾਵਾ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਐਡਵੋਕੇਟ ਜਨਰਲ ਦੀ ਗੱਲ ਕਰੀਏ, ਔਰ ਵਾਕਿਆ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਕੋਲੇ ਪਿਛਲੇ 10 ਦਿਨ ਹੋ ਗਏ। 9 ਤਰੀਕ ਨੂੰ ਉਹਨਾਂ ਦਾ ਅਸਤੀਫਾ, ਜਿਹੜੇ APS ਦਿਓਲ ਜਿਹੜੇ ਸਾਬਕਾ ਪੰਜਾਬ ਦੇ ਐਡਵੋਕੇਟ ਜਨਰਲ ਆ, ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ ਤੇ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਕਿਹਾ ਸੀ ਕਿ ਅਸੀਂ ਕੱਲ ਹੀ, ਯਾਨੀ ਕਿ ਉਸ ਤੋਂ ਅਗਲੇ ਦਿਨ ਹੀ ਅਸੀਂ ਐਡਵੋਕੇਟ ਜਨਰਲ ਲਾ ਦਾਂਗੇ। ਅੱਜ 9 ਦਿਨ ਹੋ ਗਏ ਆ, ਅੱਜ 18 ਤਰੀਕ ਆ। ਤੁਸੀਂ ਦੇਖੋ, ਉਹਨਾਂ ਦਾ ਅਸਤੀਫਾ 1 ਨਵੰਬਰ ਨੂੰ ਆ ਗਿਆ ਸੀ, ਜਿਹੜਾ 9 ਤਰੀਕ ਨੂੰ ਜਾ ਕੇ ਮਨਜ਼ੂਰ ਹੋਇਆ ਸੀ, ਤੇ ਉਸ ਤੋਂ ਬਾਅਦ ਅੱਜ 18 ਹੋ ਗਈ ਹੈ ਤੇ ਹਜੇ ਤੱਕ ਸਾਡੇ ਕੋਲ ਐਡਵੋਕੇਟ ਜਨਰਲ ਨਹੀਂ ਹੈ। ਕੀ ਇਹ ਸਾਰੀ ਰਾਜਨੀਤੀ, ਕੀ ਇਹ ਜਿਹੜਾ ਸਾਰਾ ਬਦਲਾਅ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੋਇਆ, ਇਹ ਸਿਰਫ ਇਸੇ ਲੜਾਈ 'ਚ ਫਸ ਕੇ ਰਹਿ ਜਾਊਗਾ ਕਿ ਸਾਨੂੰ ਕਿਹੜਾ ਐਡਵੋਕੇਟ ਜਨਰਲ ਚਾਹੀਦਾ ਜਾਂ ਕਿਹੜਾ ਨਹੀਂ ਚਾਹੀਦਾ, ਕਿਹੜਾ DGP ਚਾਹੀਦਾ? ਕੋਈ ਕੰਮ ਸਰਕਾਰ ਨੇ ਅੱਗੇ ਵਧਾਉਣਾ ਜਾਂ ਨਹੀਂ ਵਧਾਉਣਾ? ਤੁਸੀਂ ਦੇਖੋ, ਕਦੇ ਨਾਮ ਚੱਲਦਾ ਅਨਮੋਲ ਰਤਨ ਸਿੰਘ ਸਿੱਧੂ ਹੋਣਾ ਦਾ, ਕਦੇ ਚੱਲਦਾ ਸੰਜੇ ਕੌਸ਼ਲ ਹੋਣਾ ਦਾ, ਕਦੇ ਚੱਲਦਾ ਅਨੂ ਚਤਰਥ ਦਾ, ਹੁਣ DS ਪਟਵਾਲੀਆ ਦਾ ਫਿਰ ਨਾਮ ਚੱਲਣ ਲੱਗ ਪਿਆ। ਮੇਰਾ ਕਹਿਣ ਦਾ ਮਤਲਬ, ਨਾਮ ਜਿਹੜੇ ਮਰਜ਼ੀ ਚਲਾਓ, ਕਿਸੇ ਨੂੰ ਲਾਓ ਤਾਂ ਕਿ ਤੁਹਾਨੂੰ ਜਿਹੜੀ ਉੱਥੇ ਜਾ ਕੇ ਨੁਮਾਇੰਦਗੀ ਮਿਲੇ, ਤੁਹਾਡਾ ਕੋਈ ਕੇਸ ਰਿਪਰੈਜ਼ੈਂਟ ਕਰੇ ਔਰ ਪੁਖਤੇ ਢੰਗ ਨਾਲ ਕਰੇ ਤਾਂ ਕਿ ਇਨਸਾਫ ਮਿਲੇ। ਸਿਰਫ ਸਟੇਟਮੈਂਟਾਂ ਦੇਣ ਨਾਲ ਕਿ ਤੁਸੀਂ ਇਸ ਅਖਬਾਰ 'ਚ ਜਾਂ ਟਵੀਟ ਕਰਤਾ, ਉਹਦੇ ਨਾਲ ਮਸਲਿਆਂ ਦਾ ਹੱਲ ਨਹੀਂ ਹੋਣਾ। ਮੈਂ ਇਸੇ ਗੱਲ ਕਰਕੇ ਕਹਿ ਰਿਹਾ, ਜੇ ਤੁਸੀਂ ਵਾਕਿਆ ਸੰਜੀਦਾ ਹੋ ਤਾਂ ਫਿਰ ਤੁਹਾਡੇ ਕੋਲ ਵਧੀਆ ਐਡਵੋਕੇਟ ਚਾਹੀਦੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ RS ਬੈਂਸ ਨੂੰ ਵੀ ਲਾ ਦਿੱਤਾ ਸੀ ਪਬਲਿਕ ਪ੍ਰੋਸੀਕਿਊਟਰ ਦੁਆਰਾ, ਉਹਨਾਂ ਦੇ ਅਲੱਗ ਮਾਮਲੇ। ਸੋ ਕਹਿਣ ਦਾ ਮਤਲਬ, ਇੰਨੀ ਕਨਫਿਊਜ਼ਨ 'ਚ ਸਰਕਾਰ ਆ ਕਿ ਕਦੇ ਕਿਸੇ ਦੀ ਗੱਲ ਸੁਣਦੀ ਆ, ਕਦੇ ਦਿੱਲੀ ਭਜਦੇ ਨੇ, ਫਿਰ ਕਹਿੰਦੇ ਨੇ ਅਸੀਂ ਬਦਲ ਦਾਂਗੇ, ਕਦੇ ਕਹਿੰਦੇ ਅਸੀਂ ਬਦਲਣਾ ਨਹੀਂ। ਇਹਨਾਂ ਗੱਲਾਂ ਨਾਲ ਮਸਲੇ ਹੱਲ ਨਹੀਂ ਹੁੰਦੇ। ਸਮਾਂ ਤੁਹਾਡੇ ਕੋਲ ਬਹੁਤ ਥੋੜਾ, ਲੋਕੀ ਤੁਹਾਡੇ ਵੱਲ ਉਮੀਦ ਦੀ ਕਿਰਨ ਨਾਲ ਦੇਖ ਰਹੇ ਆ, ਉਹਨਾਂ ਨੂੰ ਆਸ ਦੀ ਕਿਰਨ ਆ। ਸੋ ਉਸ ਆਸ ਦੀ ਕਿਰਨ ਨੂੰ ਬੁਝਣ ਨਾ ਦਿਓ, ਇਕੱਠੇ ਹੋ ਕੇ ਕੰਮ ਕਰੋ ਤਾਂ ਕਿ ਸਾਰੇ ਪੰਜਾਬ ਦਾ ਭਲਾ ਹੋਵੇ। ਮੈਂ ਉਹ 'ਚ ਸਾਰੀ ਪਾਰਟੀਆਂ ਨੂੰ ਹੀ ਸ਼ਾਮਲ ਕਰਦਾ ਕਿ ਸਿਰਫ ਦੂਸ਼ਣਬਾਜ਼ੀ ਨਾਲ ਜਾਂ ਅਦਾਲਤਾਂ ਨਾਲ ਨਹੀਂ ਇਹ ਗੱਲ ਬਣਨੀ। ਤੁਹਾਨੂੰ ਜੇ ਪੰਜਾਬ ਦਾ ਭਲਾ ਚਾਹੀਦਾ ਤੇ ਇਕੱਠੇ ਹੋ ਕੇ ਹਮਲਾ ਮਾਰੋ, ਤੇ ਜੇ ਕੋਈ ਦੋਸ਼ੀ ਹੈ ਤੇ ਉਹਨੂੰ ਸਾਹਮਣੇ ਲੈ ਕੇ ਆਓ ਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਵੀ ਦਿਵਾਓ। ਜੀ ਮਨਪ੍ਰੀਤ ਜੀ, ਰਾਜਾ ਵੜਿੰਗ ਨੇ ਕਾਫੀ ਬੱਸਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ 125 ਬੱਸਾਂ ਦੇ ਪਰਮਿਟ ਰੱਦ ਕੀਤੇ ਆ, ਖਬਰਾਂ 31 ਬੱਸਾਂ ਬਾਦਲਾਂ ਦੀਆਂ ਦੱਸੀਆਂ ਜਾ ਰਹੀਆਂ, ਹੁਣ ਪਤਾ ਨਹੀਂ ਕਿਹੜੀ ਕਿਹੜੀ ਕੰਪਨੀ ਆ। ਸਵਾਲ ਇਹ ਹੈ ਕਿ ਰਾਜਾ ਵੜਿੰਗ ਇੱਕ DTO ਵਾਲਾ ਕੰਮ ਤੇ ਬਹੁਤ ਬਿਹਤਰ ਕਰ ਰਿਹਾ, ਟਰਾਂਸਪੋਰਟ ਦੀ ਕੋਈ ਨਵੀਂ ਪਾਲਿਸੀ ਲਿਆਉਣ ਦੀ ਗੱਲ ਅਜੇ ਸ਼ਾਇਦ ਪਿੱਛੇ ਆ, ਪਰ ਫਿਰ ਵੀ ਡਾਢਿਆਂ ਨੂੰ ਹੱਥ ਪਾਉਣਾ ਵਾਹਵਾ ਔਖਾ ਹੈ। ਪਰ ਕੀ ਇਹ ਹੱਥ ਕਾਂਗਰਸੀ ਟਰਾਂਸਪੋਰਟਰਾਂ ਨੂੰ ਵੀ ਪਏ ਨੇ? ਇਹ ਵੀ ਸਵਾਲ ਵੱਡਾ ਹੋਊਗਾ ਅਗਲੇ ਦਿਨਾਂ 'ਚ। ਨਹੀਂ ਤਾਂ ਇਹ ਵੀ ਸਿਰਫ ਵੰਡੈਟਾ ਪੋਲਿਟਿਕਸ ਹੀ ਹੋਊਗੀ, ਬਦਲਾਖੋਰੀ, ਵੀ ਮੈਂ ਤੁਹਾਡੇ ਨਾਲ ਲੜਨਾ ਬਠਿੰਡੇ ਵਾਲਿਓ ਤੇ ਫਿਰ ਇੱਧਰ ਹੀ ਮੈਂ ਸਾਰੀ ਕਾਰਵਾਈ ਰੱਖਾਂ। ਲੇਕਿਨ ਚੰਗਾ ਹੈ ਫਿਰ ਵੀ ਕੋਈ ਮੰਤਰੀ ਕੰਮ ਕਰ ਰਿਹਾ। ਲੇਕਿਨ ਮੈਂ ਇਹਦੇ 'ਚ ਪ੍ਰਗਟ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਸਮਝੂੰਗਾ ਕਿ ਪ੍ਰਗਟ ਸਿੰਘ ਨੇ ਕੁਝ ਬਿੱਲ ਲਿਆਂਦੇ ਵਿਧਾਨ ਸਭਾ 'ਚ, ਕੁਝ ਕਮਿਸ਼ਨ ਬਣਾਉਣ ਦੀਆਂ ਗੱਲਾਂ ਹੋਈਆਂ, ਭਾਵੇਂ ਹੋਂਦ 'ਚ ਨਹੀਂ ਆਇਆ, ਲੇਕਿਨ ਉਹਨਾਂ ਨੇ ਭਾਸ਼ਾ ਅਫਸਰ ਲਾਤੇ ਆ
ਕਿਉਂਕਿ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਲਗਭਗ ਭਾਸ਼ਾ ਵਿਭਾਗ ਦੇ ਦਫ਼ਤਰ ਸੀ, ਲਾਇਬ੍ਰੇਰੀਆਂ ਸੀ, ਬੁੱਕ ਡਿਪੂ ਸੀਗੇ, ਬਹੁਤ ਸਸਤੀਆਂ ਕਿਤਾਬਾਂ ਮਿਲਦੀਆਂ ਸੀ, ਭਾਸ਼ਾ ਦੇ ਵਿਕਾਸ ਲਈ ਕੁਝ ਸਰਗਰਮੀਆਂ ਵੀ ਹੁੰਦੀਆਂ ਸੀ, ਐਕਟੀਵਿਟੀਜ਼ ਹੁੰਦੀਆਂ ਸੀ। ਸੋ ਪ੍ਰਗਟ ਸਿੰਘ ਵਰਗਾ ਵਿਅਕਤੀ ਜਿਹੜਾ ਬਹੁਤਾ ਲਾਈਮਲਾਈਟ ਚ ਆਉਣ ਨਾਲੋਂ ਹਰ ਦਿਨ 5 7 8 ਮੀਟਿੰਗਸ ਦੇ ਵਿੱਚ ਵੀ ਰੁੱਝਿਆ ਹੋਇਆ ਤੇ ਫੈਸਲੇ ਵੀ ਲਗਾਤਾਰ ਲੈ ਰਿਹਾ, ਜਿਨ੍ਹਾਂ ਦਾ ਅੱਗੇ ਵੀ ਅਸਰ ਆਉਣਾ। ਜਦੋਂ ਕੋਈ ਕਾਨੂੰਨ ਬਣਦੇ ਆ ਜਾਂ ਕੋਈ ਨੀਤੀਗਤ ਫੈਸਲੇ ਹੋ ਜਾਂਦੇ ਆ, ਆਉਂਦੀਆਂ ਸਰਕਾਰਾਂ 'ਚ ਵੀ ਉਹਨਾਂ ਦੇ ਉੱਤੇ ਥੋੜਾ ਥੋੜਾ ਹੀ ਭਾਵੇਂ ਕੰਮ ਹੁੰਦਾ ਰਹਿੰਦਾ। ਇਹ ਇੱਕ ਥਾਪੜੇ ਵਾਲੀ ਗੱਲ ਬਣਦੀ ਆ ਪ੍ਰਗਟ ਸਿੰਘ ਨੂੰ। ਕੱਲ ਉਹਨਾਂ ਨੇ ਜਦੋਂ ਭਾਸ਼ਾ ਅਫਸਰ ਤੋਰੇ, ਨਵੀਂ ਨਿਯੁਕਤੀ ਕੀਤੇ ਬਿਨਾਂ, ਜਿਹੜੇ ਸਾਹਿਤ ਰਸੀਏ ਸੀਨੀਅਰ ਸੈਕੰਡਰੀ ਸਕੂਲਾਂ 'ਚ ਪੰਜਾਬੀ ਵਾਲੇ ਅਧਿਆਪਕ ਸੀ, ਉਹਨਾਂ ਨੂੰ ਮੰਗ ਕੇ ਲੈ ਲਿਆ। ਮੈਂ ਇਹ ਸਵਾਲ ਤੁਹਾਨੂੰ ਕਰਨਾ ਹੈ, ਆਮ ਆਦਮੀ ਪਾਰਟੀ ਚਿਹਰੇ ਲੱਭਦੀ ਫਿਰਦੀ ਹੈ। ਜਿਹੜੇ ਬੰਦੇ ਇਦਾਂ 18 ਘੰਟੇ ਖਿਡਾਰੀ ਸਪਿਰਿਟ ਵਾਲੇ ਹੋਣ, ਕੰਮ ਕਰਨਾ ਜਾਣਦੇ ਹੋਣ ਔਰ ਰਿਸੈਪਟਿਵ ਹੋਣ, ਦੂਜਿਆਂ ਦੀ ਗੱਲ ਸੁਣ ਵੀ ਲੈਂਦੇ ਹੋਣ, ਉਹੋ ਜਿਹੇ ਵਿਅਕਤੀ ਇਹਨਾਂ ਨੂੰ ਦਿਸਦੇ ਕਿਉਂ ਨਹੀਂ? ਪ੍ਰਗਟ ਸਿੰਘ ਵਰਗਾ ਚਿਹਰਾ ਜੇ ਪੰਜਾਬ ਦਾ ਚਿਹਰਾ ਬਣੇ ਤੇ ਮੁਸ਼ਕਲ ਕੀ ਆ? ਮੈਂ ਸਵਾਲ ਹੀ ਪੁੱਛਿਆ। ਮੇਰੀ ਕੋਈ ਇਹੋ ਜਿਹੀ ਨਹੀਂ, ਪ੍ਰਗਟ ਸਿੰਘ ਨੂੰ ਐ ਨਹੀਂ ਸਪੋਰਟ ਕਰ ਰਿਹਾ ਕਿ ਪ੍ਰਗਟ ਸਿੰਘ ਨੂੰ ਅਸੀਂ ਉਹਦੇ ਵੱਲੋਂ ਬੈਟਿੰਗ ਕਰੀਏ। ਕੀ ਕਹਿੰਦੇ ਹੋ? ਸੰਨ 2017 ਦੇ ਵਿੱਚ ਰੰਧਾਵਾ ਜੀ, ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਸੀ ਪ੍ਰਗਟ ਸਿੰਘ ਨੂੰ ਆਪਣੇ ਨਾਲ ਲਿਆਉਣ ਦੀ। ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਇਹ ਦੋਨੇ ਖਿਡਾਰੀ ਆਪਣੇ ਆਪਣੇ ਫੀਲਡ ਦੇ ਵਿੱਚ ਉਹਨਾਂ ਨਾਲ ਜੁੜ ਨਹੀਂ ਸਕੇ, ਕਿਉਂਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦਾ ਕੰਟਰੋਲ ਕਰਕੇ ਆਪਣੇ ਐਮਐਲਏਜ਼ ਨੂੰ ਰੱਖਦੀ ਆ, ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਉਸ ਢਾਂਚੇ ਦੇ ਵਿੱਚ ਢਲ ਨਹੀਂ ਸਕਣਗੇ। ਇਹਨਾਂ ਨੇ ਸਾਡੀ ਸੁਣਨੀ ਆ। ਦੋਨੇ ਆਪ ਮੁਹਾਰੇ ਨੇ ਤੇ ਆਪਣਾ ਇੰਡੀਪੈਂਡੈਂਟ ਫੀਲਡ, ਜੇ ਆਪਣੀ ਜਿਹੜੀ ਚੀਜ਼ ਆ ਇਹ ਜਾਂ ਆਪਣੀ ਰਾਜਨੀਤੀ ਸਿਆਸਤ ਇਹ ਖੁਦ ਕਰਦੇ ਨੇ। ਇਸੇ ਕਰਕੇ ਇਹਨਾਂ ਦੀ ਗੱਲ ਨਹੀਂ ਬਣੀ। ਬਾਅਦ ਦੇ ਵਿੱਚ ਦੋਨੇ ਬੜੇ ਮਾਯੂਸ ਵੀ ਹੋਏ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਜਿੱਥੇ ਤੱਕ ਇਸ ਭਾਸ਼ਾ ਦਾ, ਪੰਜਾਬੀ ਭਾਸ਼ਾ ਨੂੰ ਜਿਸ ਤਰ੍ਹਾਂ ਲਾਗੂ ਕਰਨ ਦਾ, ਦੇਖੋ ਇਹ ਬੜੀ ਅਨਫੋਰਚੂਨੇਟ ਗੱਲ ਆ, ਬੜੀ ਮੰਦਭਾਗੀ ਗੱਲ ਆ ਕਿ ਜਦੋਂ ਆਪਾਂ ਕੱਲ ਹੀ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਗੱਲ ਕੀਤੀ, ਇਹਨਾਂ ਨੇ ਇਹ ਐਕਟ ਲੈ ਕੇ ਆਂਦਾ ਸੀ ਕਿ ਪੰਜਾਬੀ ਭਾਸ਼ਾ ਜਿਹੜੀ ਆ ਉਹ ਹਰ ਸਰਕਾਰੀ ਕੰਮਕਾਜ ਦੇ ਵਿੱਚ ਇਸਤੇਮਾਲ ਹੋਵੇ, ਲੇਕਿਨ ਇਹਨੂੰ ਚੰਗੀ ਤਰ੍ਹਾਂ ਕਦੇ ਵੀ ਲਾਗੂ ਨਹੀਂ ਕੀਤਾ ਗਿਆ। ਜੇ ਇਸ ਨੂੰ ਲਾਗੂ ਕੀਤਾ ਜਾਂਦਾ, ਇੰਨੇ ਸਾਲ ਹੋ ਗਏ, 20-25 ਸਾਲ ਦਾ ਅਰਸਾ ਆਪਾਂ ਦੱਸ ਰਹੇ ਹਾਂ, ਤੇ ਸ਼ਾਇਦ ਹੁਣ ਤੱਕ ਇਹ ਆਮ ਸਾਡੀ ਭਾਸ਼ਾ ਬਣੀ ਹੁੰਦੀ। ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਿਹਤਰ ਜਿਹੜੇ ਆਰਡਰ ਹੁੰਦੇ ਆ ਜਾਂ ਕੀ ਸਰਕਾਰ ਕਰਨਾ ਚਾਹੁੰਦੀ ਹੈ, ਉਹਨਾਂ ਨੂੰ ਬਿਹਤਰ ਸਮਝ ਆਉਂਦਾ। ਹੁਣ ਤੁਸੀਂ ਦੇਖੋ, ਇਹਨਾਂ ਨੇ ਐਕਟ ਬਣਾਤਾ। ਹੁਣ ਪ੍ਰਗਟ ਸਿੰਘ ਦੀ ਤੁਸੀਂ ਗੱਲ ਕੀਤੀ, ਉਹਨਾਂ ਨੇ ਪਹਿਲਾਂ ਤਾਂ ਇੱਕ ਕਮਿਸ਼ਨ ਬਣਾਇਆ। ਉਹ ਕਮਿਸ਼ਨ ਹੁਣ ਇਸ ਗੱਲ ਤੇ ਨਜ਼ਰ ਰੱਖੂਗਾ ਕਿ ਇਹ ਭਾਸ਼ਾ ਸਾਰੇ ਵਿਭਾਗਾਂ ਦੇ ਵਿੱਚ ਹਰ ਕਿਤੇ ਇਹਦਾ ਚੰਗੀ ਤਰ੍ਹਾਂ ਇਹਨੂੰ ਲਾਗੂ ਕੀਤਾ ਜਾਵੇ। ਦੂਸਰੀ ਜਿਹੜੀ ਤੁਸੀਂ ਲਾਇਬ੍ਰੇਰੀ ਅਜੇ ਕਮਿਸ਼ਨ ਹੋਂਦ ਵਿੱਚ ਆਉਣਾ ਹੈ, ਕਮਿਸ਼ਨ ਦੀ ਪ੍ਰਪੋਜ਼ਲ ਹੈ, ਆਉਣਾ, ਲੇਕਿਨ ਉਹਨਾਂ ਨੇ ਉਹ ਕਾਨੂੰਨ ਬਣਾਇਆ ਜਿਹਦੇ ਤੇ ਉਹਨਾਂ ਨੇ ਕਿਹਾ ਕਿ ਅਮਲ ਕਰਾਂਗੇ। ਜੀ ਜੀ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਇੱਕ ਪ੍ਰਪੋਜ਼ਲ ਆ ਔਰ ਉਹ ਬਣਾਉਣ ਦੀ ਜਿਹੜੀ ਹੈ, ਸੋ ਕਮ ਸੇ ਕਮ ਇਹ ਦਿਖਾਈ ਦਿੰਦਾ ਜਿਸ ਵੇਲੇ ਕਿ ਇਹ ਬਣਾਇਆ ਜਾਊਗਾ। ਤੇ ਨਾਲ ਹੀ ਲਾਇਬ੍ਰੇਰੀ ਐਕਟ ਦੀ ਉਹਨਾਂ ਨੇ ਗੱਲ ਕੀਤੀ ਹੈ। ਦੇਖੋ, ਸਾਡੇ ਜੀਵਨ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ, ਚਾਹੇ ਬਜ਼ੁਰਗਾਂ ਦੇ ਵਿੱਚ, ਔਰ ਸਾਰਿਆਂ ਦੇ ਵਿੱਚ ਪੜ੍ਹਨ ਪੜ੍ਹਾਈ ਦੀ ਜਿਹੜੀ ਇੱਕ ਆਦਤ ਆ, ਉਹ ਸਾਨੂੰ ਸਾਰਿਆਂ ਨੂੰ ਪਤਾ ਪੰਜਾਬ ਤੋਂ ਕਿਤੇ ਨਾ ਕਿਤੇ ਵੱਖਰੀ ਹੁੰਦੀ ਜਾ ਰਹੀ ਸੀ। ਇਹਦੇ ਨਾਲ ਸ਼ਾਇਦ ਦੁਬਾਰਾ ਅਸੀਂ ਉਸ ਚੀਜ਼ ਨੂੰ, ਉਸ ਵਿਰਾਸਤ ਨੂੰ ਪਾ ਸਕਾਂਗੇ। ਬੜੀ ਵਧੀਆ ਗੱਲ ਆ। ਔਰ ਦੂਸਰੀ ਜਿਹੜੀ ਗੱਲ ਆ, ਭਾਸ਼ਾਵਾਂ ਦੇ ਵਿੱਚ ਸਾਡੇ 23 ਜ਼ਿਲ੍ਹੇ ਆ, ਔਰ ਜਿਸ ਤਰ੍ਹਾਂ ਕਿਹਾ ਕਿ 15 ਜ਼ਿਲ੍ਹਿਆਂ ਦੇ ਵਿੱਚ ਤਾਂ ਇਹਨਾਂ ਦੀ ਕੋਈ ਤੈਨਾਤੀ ਨਹੀਂ ਸੀ ਕਿਸੇ ਤਰ੍ਹਾਂ ਦੀ ਅਫਸਰਾਂ ਦੀ, ਤੇ ਲਾਗੂ ਕਿਸ ਤਰ੍ਹਾਂ ਹੋਣਾ ਸੀ? ਤੇ ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਘੱਟੋ ਘੱਟ 21 ਜ਼ਿਲ੍ਹਿਆਂ ਦੇ ਵਿੱਚ ਫਟਾਫਟ ਇਹ ਸਾਰੇ ਭਾਸ਼ਾ ਜਿਹੜੇ ਅਫਸਰ ਆ ਉਹ ਲਾਏ ਜਾਣ, ਤਾਂ ਕਿ ਜਿਹੜਾ ਕੰਮਕਾਰ ਆ ਉਹ ਸੌਖੀ ਢੰਗ ਨਾਲ ਤੇ ਵਧੀਆ ਢੰਗ ਨਾਲ ਚੱਲ ਸਕੇ। ਜੀ ਅੱਛਾ, ਭਾਰਤੀ ਜਨਤਾ ਪਾਰਟੀ ਪੰਜਾਬ ਦੀ ਰਾਜਨੀਤੀ 'ਚ ਵਾਹਵਾ ਦਿਲਚਸਪੀ ਲੈ ਰਹੀ ਹੈ। ਦੇਖੋ, ਲਾਂਘਾ ਖੁੱਲ ਗਿਆ ਗੁਰੂ ਦੀ ਕਿਰਪਾ ਨਾਲ। ਕੱਲ ਕਾਫੀ ਲੋਕ ਗਏ, ਅੱਜ ਵੀ ਜਾਣਗੇ ਮੁੱਖ ਮੰਤਰੀ ਦੀ ਅਗਵਾਈ 'ਚ, ਕੱਲ ਫਿਰ ਜਾਣਗੇ, ਪਰਸੋਂ ਸਿੱਧੂ ਦੀ ਅਗਵਾਈ 'ਚ ਜਾਣਗੇ, ਕੱਲ ਮੇਰੇ ਖਿਆਲ ਭਗਵੰਤ ਮਾਨ ਦੀ ਅਗਵਾਈ 'ਚ ਸਾਰਿਆਂ ਜਾਣਾ। ਦੂਜੇ ਬੰਨੇ ਭਾਜਪਾ ਇੱਕ ਹੋਰ ਗੱਲ ਕਰ ਰਹੀ ਹੈ, ਉਹ ਦਿੱਲੀ ਸਰਕਾਰ ਤੇ ਹਮਲਾ ਕਰ ਰਹੀ ਹੈ ਪੰਜਾਬ ਨੂੰ ਲੈ ਕੇ, ਹਰਿਆਣੇ ਨੂੰ ਲੈ ਕੇ। ਉੱਤਰੀ ਭਾਰਤ ਦੀ ਰਾਜਨੀਤੀ ਦੇ ਵਿੱਚ ਸੰਬਿਤ ਪਾਤਰਾ ਕਹਿੰਦੇ ਆ ਵੀ ਤੁਸੀਂ ਸਿਆਸਤ ਕਰਦੇ ਹੋ, ਜਿੱਥੇ ਧਿਆਨ ਦੇਣ ਦੀ ਜ਼ਰੂਰਤ ਆ ਉੱਥੇ ਦਿੰਦੇ ਨਹੀਂ। ਤੁਸੀਂ ਪੰਜਾਬ ਹਰਿਆਣੇ ਤੇ ਦੋਸ਼ ਲਾਉਂਦੇ ਹੋ। ਉਹਨਾਂ ਕੋਲ ਤਾਂ ਜਿਹੜੀ ਪੋਲਿਊਸ਼ਨ ਦੀ ਦਰ ਹੈ ਉੱਥੇ ਤਾਂ ਬਹੁਤ ਘੱਟ ਹੈ। ਜੇ ਪਰਾਲੀ ਸੜਦੀ ਉੱਥੇ ਆ ਤਾਂ ਉੱਥੇ ਤਾਂ ਵੱਧ ਹੋਣਾ ਚਾਹੀਦਾ। ਸੋ ਇਹ ਇੱਕ ਦਿਲਚਸਪ ਗੱਲ ਆ ਕਿ ਹੁਣ ਪੰਜਾਬ ਨਾਲ ਹੇਜ ਆਉਣ ਲੱਗ ਪਿਆ, ਮੈਨੂੰ ਲੱਗਦਾ ਆਉਂਦੀ ਇਲੈਕਸ਼ਨ ਵੇਖ ਕੇ। ਜੀ ਗੱਲ ਜੀ, ਮੈਂ ਯਾਦ ਕਰਾਂ, ਬਿਲਕੁਲ ਸੱਚੀ ਆ। ਤੁਸੀਂ ਦੇਖੋ, ਪਿਛਲੇ ਦਿਨਾਂ ਦੇ ਵਿੱਚ ਔਰ ਪਿਛਲੇ ਸਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਇੱਕ ਸਟੱਡੀ ਕਰਾਈ ਸੀ, ਸਾਇੰਟੀਫਿਕ ਸਟੱਡੀ, ਔਰ ਬਿਲਕੁਲ ਇਸੇ ਤੇ ਆਧਾਰਿਤ ਸੀ। ਉਹਨਾਂ ਨੇ ਜਦੋਂ ਸਟੱਡੀ ਕਰਾਈ ਤੇ ਜ਼ਿਆਦਾਤਰ ਜਿਹੜੇ ਪੰਜਾਬ ਦੇ ਇਲਾਕੇ ਸੀ, ਹਰਿਆਣੇ ਦੇ ਇਲਾਕੇ ਸੀ, ਸ਼ਹਿਰ ਸੀ, ਉਹ ਦਿੱਲੀ ਦੇ ਇਲਾਕਿਆਂ ਤੋਂ ਕਿਤੇ ਬਿਹਤਰ ਤੇ ਸਾਫ਼ ਪਾਏ ਗਏ।
ਦੇਖੋ ਆਮ ਤੌਰ ਤੇ ਇਹ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੁੰਦਾ, ਕਹਿੰਦੇ ਆ ਕਿ ਜੇ 50 ਤੋਂ 100 ਦੇ ਦਰਮਿਆਨ ਰਵੇ ਤਾਂ ਬੜਾ ਇਹਨੂੰ ਬਿਹਤਰ ਮੰਨਿਆ ਜਾਂਦਾ, ਚੰਗਾ ਮੰਨਿਆ ਜਾਂਦਾ। ਉਸ ਤੋਂ ਉੱਪਰ ਚਲਿਆ ਜਾਵੇ ਤੇ ਮਾੜਾ ਹੁੰਦਾ। ਪੰਜਾਬ ਦਾ ਲਗਭਗ 116 ਤੇ 150 ਦੇ ਵਿੱਚ ਦੇਖਿਆ ਗਿਆ, ਜਦਕਿ ਦਿੱਲੀ ਦਾ ਲਗਭਗ ਤੁਸੀਂ ਦੇਖੋ 300 ਤੋਂ ਵੀ ਉੱਪਰ ਜਾਂ 350 ਤੋਂ ਉੱਪਰ ਦੇਖਿਆ ਗਿਆ। ਇਹ ਗੱਲ ਹੁਣ ਦੇਖੋ, ਜਿਹੜੇ ਸਿਆਸੀ ਨੇਤਾ ਉਹ ਲਾਹਾ ਲੈਂਦੇ ਨੇ, ਔਰ ਜਿਹੜੇ ਅਰਵਿੰਦ ਕੇਜਰੀਵਾਲ ਆ ਉਹ ਇਸ ਟਾਈਮ ਘਿਰੇ ਹੋਏ ਲੱਗਦੇ ਨੇ, ਕਿਉਂਕਿ ਉਹਨਾਂ ਨੇ ਸਾਰੇ ਦਾ ਸਾਰਾ ਕੁਝ ਕਿਸਾਨਾਂ ਤੇ ਮੜਤਾ ਸੀ। ਪਰਾਲੀ ਸਾੜਨ ਨੂੰ ਲੈ ਕੇ ਉਹ ਕਹਿੰਦੇ ਸੀ ਸਾਡੇ ਇੱਥੇ, ਕਿਉਂਕਿ ਉੱਥੇ ਉਹ ਕੁਝ ਕਰ ਨਹੀਂ ਸੀ ਪਾ ਰਹੇ। ਉਹ ਨਹੀਂ ਸੀ ਦੇਖ ਰਹੇ ਕਿ ਉੱਥੇ ਵਾਹਨ ਕਿੰਨੇ ਚੱਲਦੇ ਆ, ਉਹ ਨਹੀਂ ਸੀ ਦੇਖ ਰਹੇ ਕਿ ਉੱਥੇ ਕਿੰਨਾ ਇੰਡਸਟਰੀ ਜਿਹੜਾ ਯਮੁਨਾ ਦੇ ਵਿੱਚ ਜਾਂ ਆਸੇ-ਪਾਸੇ ਜਿੰਨਾ ਉਹ ਐਫਲੂਐਂਟ ਡਿਸਚਾਰਜ ਕਰਦੇ ਆ, ਕਿੰਨੀ ਉੱਥੇ ਗੰਦਗੀ ਫੈਲਦੀ ਹੈ ਤੇ ਉਹਦੇ ਨਾਲ ਕਿੰਨਾ ਪ੍ਰਦੂਸ਼ਣ ਫੈਲਦਾ। ਦੇਖੋ ਸਿਆਸੀ ਲਾਹਾ ਤਾਂ ਇਹ ਸਾਰੇ ਲੈ ਲੈਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਤੇ ਤਾਂ ਮਾਨਹਾਨੀ ਦਾ ਮੁਕੱਦਮਾ ਦਾਇਰ ਹੋਣਾ ਚਾਹੀਦਾ, ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ। ਬਿਲਕੁਲ ਸਾਰੀਆਂ ਗੱਲਾਂ ਹੁਣ ਆਪਣੀ ਜਗ੍ਹਾ ਹੌਲੀ ਹੌਲੀ ਖੁੱਲ ਰਹੀਆਂ, ਤੇ ਕਿਸਾਨ ਵੀ ਖੁੱਲ ਕੇ ਆ ਰਹੇ ਆ ਕਿ ਭਾਈ ਤੁਸੀਂ ਸਾਨੂੰ ਨਾ ਬਲੇਮ ਕਰੀ ਜਾਓ। ਇੱਕ ਰੰਧਾਵਾ ਜੀ ਛੋਟੀ ਜੀ ਗੱਲ ਹੋਰ ਦੱਸਦਾ, ਸੁਪਰੀਮ ਕੋਰਟ ਨੇ ਇੱਕ ਵਾਰੀ ਆਪਣੇ ਇੱਕ ਆਰਡਰ ਦੇ ਵਿੱਚ ਕਿਹਾ ਸੀ ਕਿ ਕਿਸਾਨਾਂ ਨੂੰ ਜਦੋਂ ਤੁਸੀਂ ਪਰਾਲੀ ਸਾੜਦੇ ਆ, ਉਹਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਦਾ ਮੁਆਵਜ਼ਾ ਦਿਓ। ਅੱਜ ਤੱਕ ਕਿਸੇ ਵੀ ਸਰਕਾਰ ਨੇ ਜੋ ਹਿਤੈਸ਼ੀ ਜਾਂ ਹਮਾਇਤੀ ਬਣਦੇ ਆ, ਮੈਨੂੰ ਨਹੀਂ ਲੱਗਦਾ ਉਹਨਾਂ ਨੇ ਦਿੱਤਾ। ਦੇਖੋ ਕੱਲ ਨਹੀਂ ਅੱਜ ਚਰਨਜੀਤ ਅੱਜ ਸਿੰਘ ਚੰਨੀ ਅੱਜ ਹੋਣਾ ਨੇ ਅੱਜ 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 ਫਿਰ ਮੈਂ ਬੇਨਤੀ ਕਰ ਲਵਾਂ, ਕਿਉਂਕਿ ਗੱਲ ਬੜੀ ਰੈਲੇਵੈਂਟ ਆ। ਤੁਸੀਂ ਮਾਣਯੋਗ ਸੁਪਰੀਮ ਕੋਰਟ ਦੀ ਗੱਲ ਕੀਤੀ ਆ, ਉਹਨਾਂ ਨੇ ਜੀ ਅਫਸਰਸ਼ਾਹੀ ਨੂੰ, ਬਿਊਰੋਕ੍ਰੇਸੀ ਨੂੰ, ਜੀ ਉਹਨਾਂ ਨੇ ਨਾ ਅਹਿਲ ਤੱਕ, ਨਕੰਮੀ ਤੱਕ ਕਹਿਤਾ ਵੀ ਤੁਸੀਂ ਸਾਰੇ ਫੈਸਲਿਆਂ ਲਈ ਅਦਾਲਤ ਵੱਲ ਕਿਉਂ ਵਹਿੰਦੇ ਹੋ। ਇਹ ਪ੍ਰਦੂਸ਼ਣ ਨਾਲ ਸੰਬੰਧਿਤ ਮਾਮਲਾ ਸੀ ਕਿ ਤੁਸੀਂ ਬਿਲਕੁਲ ਏਸੀ ਕਮਰਿਆਂ 'ਚ ਬਹਿ ਕੇ ਇਹਨਾਂ ਮਾਮਲਿਆਂ ਦੇ ਹੱਲ ਨਹੀਂ ਕਰ ਸਕਦੇ। ਬੜੀ ਸਖਤ ਟਿੱਪਣੀ ਆ, ਬਿਊਰੋਕ੍ਰੇਸੀ ਅਫਸਰਸ਼ਾਹੀ ਦੇ ਉੱਤੇ ਬਹੁਤ ਹਰਫ ਨੇ ਜੀ। ਬਹੁਤ ਸਹੀ ਗੱਲ ਕੀਤੀ ਹੈ ਸੁਪਰੀਮ ਕੋਰਟ ਨੇ। ਤੁਸੀਂ ਜਿਹੜੀ ਸਾਡੀ ਬਿਊਰੋਕ੍ਰੇਸੀ ਆ ਰੰਧਾਵਾ ਜੀ, ਉਹਦੇ ਵੱਲ ਦੇਖੋ। ਇਹ ਕਦੇ ਵੀ ਆਪ ਫੈਸਲੇ ਲੈ ਕੇ ਆਪਣੇ ਆਪ ਨੂੰ ਸਮਰੱਥ ਨਹੀਂ ਕਰ ਰਹੇ। ਦੇਖੋ ਇੰਨਾ ਕੁਝ ਇਹਨਾਂ ਤਾਂ UPSC ਦੇ ਥਰੂ ਇਹ ਆਉਂਦੇ ਆ, ਇਹਨਾਂ ਦੀ ਪੜ੍ਹਾਈ ਲਿਖਾਈ ਹੁੰਦੀ ਆ, ਇਹਨਾਂ ਨੇ ਆ ਕੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ। ਤੁਸੀਂ ਪੰਜਾਬ 'ਚ ਵੀ ਇਹੀ ਹਾਲ ਆ, ਸਾਰੇ ਸੂਬਿਆਂ 'ਚ ਇਹ ਹਾਲ ਆ ਕਿ ਆਪਣੀ ਕੋਈ ਵੀ ਨੋਟਿੰਗ ਜਾਂ ਆਪਣਾ ਕੋਈ ਵੀ ਫੈਸਲਾ ਲੈ ਲੈਂਦੇ, ਸਾਰਾ ਕੁਝ ਅਦਾਲਤਾਂ ਤੇ ਸਿੱਟ ਦਿੰਦੇ ਆ, ਤੇ ਫਿਰ ਅਦਾਲਤਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਦੱਸਦੇ ਆ ਕਿ ਇਹ ਕੇਸ ਤਾਂ ਅਸੀਂ ਖੋਲ ਨਹੀਂ ਸਕਦੇ, ਇਹ ਅਸੀਂ ਕੇਸ ਕਰ ਨਹੀਂ ਸਕਦੇ, ਇਹ ਅਸੀਂ ਪੋਸਟਾਂ ਕੱਢ ਨਹੀਂ ਸਕਦੇ, ਇਹਨਾਂ ਨੂੰ ਅਸੀਂ ਪੱਕੇ ਨਹੀਂ ਕਰ ਸਕਦੇ। ਯਾਨੀ ਕਿ ਸਾਰੇ ਦੀਆਂ ਸਾਰੀਆਂ ਚੀਜ਼ਾਂ ਇਹਨਾਂ ਨੇ ਅਦਾਲਤਾਂ ਸਿੱਟ ਦਿੱਤੀਆਂ, ਉਹਨਾਂ ਦੇ ਮੋਢਿਆਂ ਤੇ ਸਿੱਟਤੀਆਂ। ਆਪ ਕੋਈ ਵੀ ਜ਼ਿੰਮੇਵਾਰੀ ਲੈਣ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਅਸੀਂ ਅਸਮਰਥ ਹਾਂ, ਜਦਕਿ ਇਹ ਬਿਲਕੁਲ ਝੂਠ ਆ। ਬਾਕੀ ਸਾਰਾ ਕੁਝ ਕਰਦੇ ਆ। ਇਸੇ ਕਰਕੇ ਮਾਨਯੋਗ ਜਿਹੜੀ ਅਦਾਲਤ ਆ ਸੁਪਰੀਮ ਕੋਰਟ, ਔਰ ਉੱਥੇ ਆਪ ਚੀਫ ਜਸਟਿਸ ਬੈਠੇ ਹੋਏ ਨੇ NV ਰਮੰਨਾ, DY ਚੰਦਰਚੂੜ, ਸੂਰਿਆਕਾਂਤ, ਇੱਕ ਤਮਾਮ ਜੱਜ ਜਦੋਂ ਕਹਿੰਦੇ ਨੇ ਕਿ ਉਹ ਹਤਾਸ਼ ਹੋ ਗਏ। ਉਹ ਕਹਿੰਦੇ ਸਾਨੂੰ ਕਿਸੇ ਤਰ੍ਹਾਂ ਦਾ ਤੁਹਾਡੇ ਵੱਲੋਂ ਕੋਈ ਜਵਾਬ ਹੀ ਨਹੀਂ ਮਿਲ ਰਿਹਾ, ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਮਿਲ ਰਿਹਾ, ਕੋਈ ਡਾਟਾ ਨਹੀਂ ਦੇ ਰਹੇ, ਕੋਈ ਇਹਨਾਂ ਨੇ ਸਟੱਡੀ ਨਹੀਂ ਕਰਵਾਈ ਕਿ ਕਿੰਨੇ ਵਿਅਕਤੀ ਸਾਹ ਦੀਆਂ ਬਿਮਾਰੀਆਂ ਕਰਕੇ ਜਾਂ ਪ੍ਰਦੂਸ਼ਣ ਕਰਕੇ ਮਰ ਜਾਂਦੇ ਆ। ਸੋ ਕਹਿਣ ਦਾ ਮਤਲਬ ਉਹ ਵਾਕਿਆ ਜਿਹੜੇ ਬੜੇ ਹਤਾਸ਼ ਹੁੰਦੀ ਆ ਅਦਾਲਤ। ਉਹ ਕਹਿੰਦੀ ਹੈ ਲੇਕਿਨ ਅਸੀਂ ਕੁਝ ਨਾ ਕੁਝ ਫੈਸਲਾ ਜ਼ਰੂਰ ਕਰਾਂਗੇ, ਸਾਨੂੰ ਐਤਵਾਰ ਤੱਕ ਦੱਸੋ ਤੁਸੀਂ ਕੀ ਕਰਨਾ। ਦੇਖੋ ਚਾਹੇ ਵੈਕਸੀਨ ਦੀ ਪਾਲਿਸੀ ਹੋਵੇ, ਚਾਹੇ ਟੀਕਾਕਰਨ ਦੀ ਜਿਹਨੂੰ ਆਪਾਂ ਕਹਿੰਦੇ ਆ, ਚਾਹੇ ਆਕਸੀਜਨ ਦੀ ਗੱਲ, ਜੇ ਸਾਰੇ ਫੈਸਲੇ ਅਦਾਲਤਾਂ ਨੇ ਲੈਣੇ ਆ ਤੇ ਫਿਰ ਬਿਊਰੋਕ੍ਰੇਸੀ ਕੀ ਕਰਦੀ ਹੈ। ਇੰਨੇ ਵੱਡੇ ਅਸੀਂ ਵੱਡੀ ਬਿਊਰੋਕ੍ਰੇਸੀ ਪਾਲੀ ਹੋਈ ਆ, ਔਰ ਜਿਸ ਤਰ੍ਹਾਂ ਦੀਆਂ ਸਹੂਲਤਾਂ, ਜਿਸ ਤਰ੍ਹਾਂ ਦੀਆਂ ਤਨਖਾਹਾਂ ਉਹਨਾਂ ਨੂੰ ਮਿਲਦੀਆਂ, ਇਹ ਕਾਹਦੇ ਕਰਕੇ? ਪੋਲੀਟੀਸ਼ੀਅਨਸ ਨੂੰ ਅਸੀਂ ਫਿਰ ਵੀ ਕਟਹਿਰਿਆਂ 'ਚ ਖੜੇ ਕਰ ਲੈਂਦੇ ਆ 5 ਸਾਲਾਂ ਬਾਅਦ, 2 ਸਾਲਾਂ ਬਾਅਦ, 4 ਸਾਲਾਂ ਬਾਅਦ, ਚਾਹੇ ਉਹ ਬਾਈ ਇਲੈਕਸ਼ਨ, ਲੇਕਿਨ ਇਹਨਾਂ ਦੀ ਕੋਈ ਪੁੱਛ-ਗਿੱਛ ਨਹੀਂ ਹੈ। ਵੱਧ ਤੋਂ ਵੱਧ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਦਾ ਕੰਮਕਾਜ ਕਿੱਦਾਂ ਹੁੰਦਾ, ਕਿੱਦਾਂ ਕੰਮਕਾਰ ਕਰਦੇ ਆ। ਸੋ ਇਹਨਾਂ ਨੂੰ ਅਕਾਊਂਟੇਬਲ ਬਣਾਉਣਾ ਜ਼ਰੂਰ ਚਾਹੀਦਾ। ਤੇ ਜੇ ਬਿਊਰੋਕਰੇਟਸ ਨੂੰ ਅਕਾਊਂਟੇਬਲ ਬਣਾਉਣ ਲੱਗ ਜਾਣ ਅਦਾਲਤਾਂ, ਤਾਂ ਫਿਰ ਪਤਾ ਹੀ ਕਹਿੰਦੇ ਆ ਇਹ ਜੀ ਐਕਟਿਵਿਜ਼ਮ ਹੋ ਗਿਆ। ਅਦਾਲਤਾਂ ਜ਼ਿਆਦਾ ਐਕਟਿਵ ਹੋ ਗਏ, ਇਹਨਾਂ ਨੂੰ ਆਪਣੀ ਹੱਦ ਨਹੀਂ ਪਾਰ ਕਰਨੀ ਚਾਹੀਦੀ। ਤੁਸੀਂ ਤਾਂ ਆਪਣੀ ਹੱਦ ਪਾਰ ਕਰੋ ਪਹਿਲਾਂ, ਤੁਸੀਂ ਤਾਂ ਆਪਣੇ ਕੰਮ ਕਰੋ ਜੀ। ਰੰਧਾਵਾ ਜੀ ਇਹ ਬਿਲਕੁਲ ਠੀਕ ਹੈ। ਤੁਸੀਂ ਚੰਨੀ ਸਾਹਿਬ ਦੀ ਗੱਲ ਕਰ ਰਹੇ ਸੀ, ਮੁੱਖ ਮੰਤਰੀ ਪੰਜਾਬ ਦੀ। ਉਹਨਾਂ ਨੇ ਕੱਲ ਪਰਾਲੀ ਵਾਲੇ ਮਾਮਲਿਆਂ 'ਚ ਪਿਛਲੇ ਸਾਰੇ ਕੇਸਾਂ ਤੇ ਲੀਕ ਮਾਰਤੀ, ਔਰ ਅੱਗੇ ਕਿਹਾ ਵੀ ਹੁਣ ਨਾ ਸਾੜਿਓ, ਸਾਡੀਆਂ ਬਾਹਾਂ ਖੜੀਆਂ, ਇਹ ਨਾ ਹੋਵੇ, ਸਾਨੂੰ ਕੇਸ ਦਰਜ ਕਰਨੇ ਹੀ ਪੈਣੇ ਆ, ਸਾਨੂੰ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਣਾ ਹੀ ਪੈਣਾ। ਬਟ ਬੜੇ ਪੋਲਾਈਟ ਸ਼ਬਦਾਂ 'ਚ ਕਾਰਨ ਇਲੈਕਸ਼ਨ ਸਾਹਮਣੇ ਆ, ਸਖਤੀ ਕਰਨ ਦੀ ਸਥਿਤੀ 'ਚ ਇੱਥੇ ਕਿਤੇ ਆ ਕੇ ਪੋਲੀਟੀਸ਼ੀਅਨ ਹੁੰਦੇ ਹੀ ਨਹੀਂਗੇ। ਲੇਕਿਨ ਆਪਣੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਫੋਕਸ ਔਨ ਡਿਊਟੀ, ਡਿਸਿਪਲਿਨ ਤੇ ਹੈਲਦੀ ਡਿਬੇਟ। ਇਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਹਿੰਦੇ ਆ, ਕਹਿੰਦੇ ਤੁਸੀਂ ਪਾਰਲੀਮੈਂਟ 'ਚ ਹੋਵੋ ਭਾਵੇਂ ਅਸੈਂਬਲੀ 'ਚ ਹੋਵੋ, ਤੁਹਾਨੂੰ ਇਹ ਡਿਸਿਪਲਿਨ ਤੇ ਬਾਕੀ ਚੀਜ਼ਾਂ ਤੇ ਤਵੱਜੋ ਦੇਣੀ ਚਾਹੀਦੀ ਆ। ਸਾਡਾ ਆਚਰਣ ਬੜਾ ਉੱਚਾ ਹੋਣਾ ਚਾਹੀਦਾ। ਇੱਕ ਸਿੱਖਿਆ ਸੁਪਰੀਮ ਕੋਰਟ ਦੇ ਰਹੀ ਆ ਚੁਣੇ ਹੋਏ ਅਫਸਰਾਂ ਨੂੰ। ਚੁਣੇ ਹੋਏ ਜੱਜ ਇੱਕ
ਪ੍ਰੋਸੀਜਰ ਥਰੂ ਆਉਣ ਵਾਲੇ ਜੱਜਸ ਚੁਣੇ ਹੋਏ ਲੋਕਾਂ ਨੂੰ ਇਹ ਕਹਿ ਰਹੇ ਆ ਪ੍ਰੋਸੀਜਰ ਰਾਹੀਂ ਜਿਹੜੇ ਆਉਂਦੇ ਆ, ਲੇਕਿਨ ਦੂਜੇ ਬੰਨੇ ਦੇਸ਼ ਦੇ ਪ੍ਰਮੁੱਖ ਵਿਅਕਤੀ ਨਰਿੰਦਰ ਮੋਦੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਕੁਝ ਕਹਿ ਰਹੇ ਆ। ਕੋਈ ਸੁਣੋ ਗੱਲ ਜਾਂ ਧੂੜ 'ਚ ਟੱਟੂ ਚੱਲਦੇ ਰਹਿਣਗੇ? ਜੀ ਦੇਖੋ ਰੰਧਾਵਾ ਜੀ, ਬੜੀ ਅਹਿਮ ਟਿੱਪਣੀ ਹੈ। ਮੈਂ ਉਮੀਦ ਇਹ ਕੀਤੀ ਜਾਂਦੀ ਹੈ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹਨਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਕੋਈ ਫਰਕ ਨਾ ਹੋਵੇ। ਉਹੀ ਜੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਦੇ ਨੇ ਜਿੱਥੇ ਆਪੋਜੀਸ਼ਨ ਨੂੰ ਕਈ ਵਾਰੀ ਬੋਲਣ ਨਹੀਂ ਦਿੱਤਾ ਜਾਂਦਾ। ਸਾਨੂੰ ਇਹ ਵੀ ਪਤਾ ਕਿ ਜਿਹੜੀ ਖੇਤੀ ਕਾਨੂੰਨਾਂ ਕਰਕੇ ਸਾਲ ਲੰਬੀ ਲਗਭਗ ਲੜਾਈ ਹੋ ਗਈ ਆ, ਉਹ ਕਾਨੂੰਨ ਕਿੱਦਾਂ ਰਾਜ ਸਭਾ 'ਚ ਪਾਸ ਹੁੰਦੇ ਨੇ, ਕਿੱਦਾਂ ਲੋਕ ਸਭਾ 'ਚ ਪਾਸ ਹੁੰਦੇ ਨੇ। ਬਾਹਰ ਸਪੀਕਰ ਆ ਕੇ ਉਹਨਾਂ ਨੂੰ ਚਾਹ ਤਾਂ ਪਿਆਉਣ ਆਉਂਦੇ ਨੇ, ਲੇਕਿਨ ਅੰਦਰ ਬਹਿਸ ਨਹੀਂ ਕਰਨ ਦਿੰਦੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਲੋਕਤੰਤਰ ਆ, ਜਮਹੂਰੀਅਤ ਆ, ਉਹ ਆਪਸ ਦੇ ਵਿੱਚ ਡਿਬੇਟ। ਦੇਖੋ ਕੱਲ ਹੀ ਸੁਪਰੀਮ ਕੋਰਟ ਦੀ ਬੜੀ ਅਹਿਮ ਟਿੱਪਣੀ ਆ, ਉਹ ਕਹਿੰਦੇ ਪ੍ਰਦੂਸ਼ਣ ਤਾਂ ਵੱਧ ਟੈਲੀਵਿਜ਼ਨ ਚੈਨਲਾਂ ਤੇ ਹੁੰਦਾ ਜਦੋਂ ਤੁਸੀਂ ਆਪਸ 'ਚ ਬਹਿਸ ਕਰਦੇ ਹੋ। ਜੇ ਉੱਥੇ ਪ੍ਰਦੂਸ਼ਣ ਘਟ ਜੇ ਕੋਈ ਕੰਮ ਦੀ ਗੱਲ ਕਰ ਲਓ। ਮਤਲਬ ਉਹਨਾਂ ਦਾ ਇਹ ਸੀ ਕਿ ਜੇ ਤੁਸੀਂ ਕੰਮ ਦੀ ਗੱਲ ਕਰੋ, ਲੋਕਾਂ ਦੇ ਭਲੇ ਦੀ ਗੱਲ ਕਰੋ, ਲੋਕਾਂ ਤੱਕ ਜਾਣਕਾਰੀ ਚੰਗੀ ਪਹੁੰਚਾਓ, ਤੇ ਸ਼ਾਇਦ ਇਹ ਪ੍ਰਦੂਸ਼ਣ ਵੀ ਆਪਾਂ ਦੂਰ ਕਰ ਸਕਦੇ ਹਾਂ। ਜਦੋਂ ਸਾਰੀਆਂ ਗੱਲਾਂ ਰੌਲੇ ਰੱਪੇ 'ਚ ਹੀ ਰੱਖਣੀਆਂ ਤੇ ਇੱਕ ਉੱਚੀ ਉੱਚੀ ਆਵਾਜ਼ 'ਚ ਇੱਕ ਦੂਸਰੇ ਤੇ ਦੂਸ਼ਣ ਲਾਉਣੇ ਆ, ਇੱਕ ਦੂਸਰੇ ਤੇ ਦੋਸ਼ ਲਾਉਣੇ ਆ, ਤੇ ਫਿਰ ਇਹ ਮਸਲਿਆਂ ਦਾ ਹੱਲ ਨਹੀਂ ਹੁੰਦਾ। ਇਸੇ ਕਰਕੇ ਉਹਨਾਂ ਨੇ ਇਹ ਵੀ ਟਿੱਪਣੀ ਕੀਤੀ ਸੀ। ਸੋ ਕਹਿਣ ਦਾ ਮਤਲਬ ਅਸੀਂ ਚਾਹੁੰਦੇ ਹਾਂ ਕਿ ਡਿਬੇਟਸ ਹੋਣ, ਹੈਲਦੀ ਡਿਬੇਟਸ ਹੋਣ, ਇੱਕ ਦੂਸਰੇ ਦੀ ਗੱਲ ਸੁਣੀ ਜਾਵੇ ਤੇ ਉਹਦਾ ਕੋਈ ਹੱਲ ਵੀ ਨਿਕਲੇ, ਤਾਂ ਕਿ ਅਸੀਂ ਗਾਂਹ ਨੂੰ ਤੁਰੀਏ। ਇਹੀ ਜਮਹੂਰੀਅਤ ਆ, ਇਹੀ ਸਾਡਾ ਲੋਕਤੰਤਰ ਆ। ਕੋਸ਼ਿਸ਼ ਇਹਨਾਂ ਦੀ ਜ਼ਰੂਰ ਹੋਣੀ ਚਾਹੀਦੀ ਆ, ਪਰ ਕਹਿਣਾ ਬੜਾ ਆਸਾਨ ਹੁੰਦਾ, ਤੇ ਲੇਕਿਨ ਜਦੋਂ ਚੱਕ ਕੇ ਆਪੋਜੀਸ਼ਨ ਵਾਲਿਆਂ ਨੂੰ ਬਾਹਰ ਸਿੱਟ ਦਿੱਤਾ ਜਾਂਦਾ ਤੇ ਫੇਰ ਲੱਗਦਾ ਫਿਰ ਸਾਡਾ ਲੋਕਤੰਤਰ ਹੈ ਕਿੱਥੇ ਆ। ਸਾਡੇ ਕੋਲ 3 ਖਬਰਾਂ ਹੋਰ ਨੇ, ਲੇਕਿਨ ਹੁਣ ਆਪਾਂ ਛੱਡ ਦਿੰਨੇ ਉਹਨਾਂ ਨੂੰ। ਉਹਨਾਂ ਦੇ ਵਿੱਚ ਇੱਕ ਮਾਲਵਾ ਖਿੱਤੇ ਦੇ ਵਿੱਚ ਡੇਰੇ ਦੀਆਂ, ਸਿਰਸੇ ਵਾਲੇ ਡੇਰੇ ਦੀਆਂ ਐਕਟੀਵਿਟੀਜ਼ ਕਾਫੀ ਵਧੀਆਂ ਹੋਈਆਂ। ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਕਸ਼ਮਕਸ਼ ਵੀ ਬਣ ਜਾਂਦੀ ਹੈ। ਇੱਕ ਖਬਰ ਕਿ ਸਾਰੀ ਜਿੰਨੀ ਜ਼ਮੀਨ ਹੈ ਉਹਦੇ ਮਾਲਕਾਂ ਨੂੰ ਯੂਨੀਕ ਆਈਡੀ ਨੰਬਰ ਦਿੱਤੇ ਜਾਣ ਦੀ ਕਵਾਇਦ ਆ। ਪਿੱਛੇ ਜਦੋਂ ਇਹ ਪੋਰਟਲ ਬਣਿਆ ਸੀਗਾ ਅਦਾਇਗੀਆਂ ਲਈ, ਤੇ ਉਹਦੇ ਵਿੱਚ ਵੀ ਰੈੱਡ ਐਂਟਰੀਆਂ ਦੇ ਨਾਂ ਤੇ ਬਹੁਤ ਸਾਰੇ ਲੋਕਾਂ ਨੂੰ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਕਈਆਂ ਦੇ ਨਾਂ ਦੇ ਵਿੱਚ ਹਰਜਿੰਦਰ ਦੇ ਵਿੱਚ ਜੇ ਨਿਕਲ ਗਿਆ ਜਾਂ ਆਈ ਨਿਕਲ ਗਈ ਜਾਂ ਆਰ ਆ ਗਿਆ ਜਾਂ ਕੁਛ ਆ ਗਿਆ। ਉਹ ਚੀਜ਼ਾਂ ਨੇ ਬੜੀਆਂ ਪਰੇਸ਼ਾਨੀਆਂ ਦਿੱਤੀਆਂ। ਇਹ ਦਰੁਸਤ ਹੁੰਦਿਆਂ ਬਹੁਤ ਸਮਾਂ ਲੱਗੂਗਾ, ਲੇਕਿਨ ਦੇਸ਼ ਕਿਵੇਂ ਅੱਗੇ ਵੱਧ ਰਿਹਾ ਇਹਦੇ ਤੇ ਇੱਕ ਵੱਖਰੀ ਡਿਬੇਟ ਬਣਦੀ ਆ ਕਿ ਅਸੀਂ ਮਾਨਸਿਕ ਤੌਰ ਤੇ ਉਹਨਾਂ ਤਬਦੀਲੀਆਂ ਲਈ ਪਹਿਲਾਂ ਆਪਣੇ ਵਿਅਕਤੀਆਂ ਨੂੰ, ਆਪਣੇ ਵਸਿੰਦਿਆਂ ਨੂੰ ਤਿਆਰ ਕਰਦੇ ਹਾਂ, ਜਿਹੜੀਆਂ ਤਬਦੀਲੀਆਂ ਅਸੀਂ ਕਾਲ 'ਚ ਲਿਆਉਣਾ ਚਾਹੁੰਦੇ ਹਾਂ। ਕਦੇ ਨੋਟਬੰਦੀ ਜਾਂ ਕਿਸੇ ਹੋਰ ਵੱਡੇ ਮਾਮਲਿਆਂ ਦੇ ਵਿੱਚ ਜਿਹੜੇ ਮਨ ਇੱਛਤ ਨਤੀਜੇ ਸੀ, ਬਾਅਦ ਵਿੱਚ ਜੇ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਫੈਸਲੇ ਕਰਨ ਤੋਂ ਪਹਿਲਾਂ ਜਿਹੜੇ ਸਰਵੇ ਜਾਂ ਜਿਹੜੀ ਤੁਹਾਡੀ ਦੂਰ ਅੰਦੇਸ਼ੀ ਹੁੰਦੀ ਆ, ਉਹ ਕਟਹਿਰੇ 'ਚ ਖੜੀ ਹੋ ਜਾਂਦੀ ਆ, ਜੇਕਰ ਅੱਗੇ ਜਾ ਕੇ ਨਤੀਜੇ ਜਿਹੜੇ ਮੁਖੀ ਨਹੀਂ ਹੁੰਦੇ ਜਾਂ ਨਤੀਜਾ ਮੁਖੀ ਨਹੀਂ ਹੁੰਦੇ। ਬਹੁਤ ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।